ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਪੰਜਵਾਂ। ਦਰ ਵਾਜਹਿ ਅਨਹਤ ਵਾਜੇ ਰਾਮ। ਘਟ ਘਟ ਹਰ ਗੋਬਿੰਦ ਗਾਜੇ ਰਾਮ। ਦਰ ਵਾਜਹਿ ਅਨਹਤ ਵਾਜੇ ਰਾਮ। ਘਟ ਘਟ ਹਰ ਗੋਬਿੰਦ ਗਾਜੇ ਰਾਮ। ਗੋਵਿੰਦ ਗਾਜੇ ਸਦਾ ਬਿਰਾਜੇ। ਅਗਮ ਅਗੋਚਰ ਊਚਾ। ਗੁਣ ਬੇਅੰਤ ਕਿਛ ਕਹਿਣ ਨਾ ਜਾਈ। ਕੋਈ ਨਾ ਸਕੈ ਪਹੁੰਚਾ। ਆਪ ਉਪਾਏ ਆਪ ਪ੍ਰਤਪਾਲੇ। ਜੀ ਜੰਤ ਸਭ ਸਾਜੇ। ਬਿਨਵੰਤ ਨਾਨਕ ਸੁਖ ਨਾਮ ਭਗਤੀ। ਦਰ ਵਜਹਿ ਅਨਹਦ ਵਾਜੇ। ਆਪ ਉਪਾਏ ਆਪ ਪ੍ਰਤਪਾਲੇ। ਜੀ ਜੰਤ ਸਭ ਸਾਜੇ। ਬਿਨਵੰਤ ਨਾਨਕ ਸੁਖ ਨਾਮ ਭਗਤੀ। ਦਰ ਵਜਹਿ ਅਨਹਦ ਵਾਜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨਾ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਇੱਥੋਂ ਦੀਆਂ ਸਥਾਨਕ ਸੰਗਤਾਂ ਵਾਸਤੇ ਬਖਸ਼ਿਸ਼ ਦਾ ਦਰ ਖੁੱਲ੍ਹਦਾ ਹੈ। ਪਿਆਰ ਤੇ ਆਸੀਸ ਵਜੋਂ ਮਹਾਰਾਜ ਦਾ ਇੱਕ ਸਬਕ, ਇੱਕ ਸ਼ਬਦ ਰੋਜ਼ਾਨਾ ਪ੍ਰਾਪਤ ਹੁੰਦਾ ਹੈ। ਤੇ ਉਹ ਸ਼ਬਦ ਜੋ ਸਬਕ ਰੂਪ ਹੈ
ਸਤਿਕਾਰ ਨਾਲ ਸਾਡੇ ਵੱਡ ਵਡੇਰੇ ਸਦਾ ਹੀ ਸ਼੍ਰੀ ਮੁਖ ਵਾਕ ਕਹਿ ਕੇ ਮਾਣ ਕਰਦੇ ਰਹੇ। ਆਮ ਤੌਰ 'ਤੇ ਤੁਸੀਂ ਸ਼ਬਦ ਹੀ ਕਹਿ ਦੇਣੇ ਆ, ਪਰ ਜਦੋਂ ਆਪਣੇ ਵਡੇਰਿਆਂ ਵੱਲ ਦੇਖੀਦਾ ਤਾਂ ਉਹਨਾਂ ਨੇ ਮਾਣ ਦੇ ਨਾਲ ਸ਼੍ਰੀ ਮੁਖ ਵਾਕ ਕਿਹਾ। ਅੱਜ ਦਾ ਸ਼੍ਰੀ ਮੁਖ ਵਾਕ, ਅਤੇ ਅੱਜ ਮਹਾਰਾਜ ਨੇ ਸਾਨੂੰ ਇਹ ਪਾਵਨ ਬਚਨ ਦਿੱਤਾ ਹੈ ਨਾ, ਰਸਨਾ ਗੁਣ ਗੋਪਾਲ ਨਿਤ ਗਾਇਨ। ਰਸਨਾ ਕਰਕੇ ਵਾਹਿਗੁਰੂ 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 ਜਪਿਆ ਕਰੋ। ਗੋਪਾਲ ਜੀ ਦੇ ਗੁਣ, ਅਤੇ ਗੋਪਾਲ ਕੌਣ ਹੈ? ਵਾਹਿਗੁਰੂ ਪਰਮਾਤਮਾ। ਬਹੁਤ ਸਾਰੇ ਬੇਅੰਤ ਨਾਮ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਵਾਸਤੇ ਵਰਤੇ ਨੇ। ਹੋ ਸਕਦਾ ਕਦੇ ਕਦੇ ਸਾਡਾ ਛੋਟਾ ਜਿਹਾ ਗਿਆਨ ਮਤ ਬੁੱਧ ਇਹਨਾਂ ਨਾਵਾਂ 'ਤੇ ਭਰਮ ਭੁਲੇਖੇ 'ਚ ਪੈ ਜਾਏ, ਪਰ ਜਦੋਂ ਕਿਤੇ ਧਿਆਨ ਟਿਕ 'ਤੇ ਪਾਵਨ ਬਾਣੀ ਪੜ੍ਹਦੇ ਹਾਂ ਅਤੇ ਪਤਾ ਲੱਗਦਾ ਨਹੀਂ ਉੱਥੇ ਤੇ ਹਰ ਬੋਲ ਕਰਤਾ ਪੁਰਖ ਨੂੰ ਸਮਰਪਿਤ ਹੈ। ਹਰ ਸੰਗਿਆ ਜੋ ਸ਼ਬਦ ਵਰਤਿਆ ਗਿਆ ਉਹ ਕਰਤੇ ਪੁਰਖ ਲਈ ਹੀ ਹੈ। ਬਸ ਅਸਾਂ ਨੇ ਹੁਕਮ ਦੀ ਤਾਮੀਲ ਕਰਨੀ ਹੈ, ਜਿਤਨਾ ਵੱਧ ਤੋਂ ਵੱਧ ਹੋ ਸਕੇ। ਇੱਥੇ ਕੋਈ ਗਿਣਤੀ ਮਿਣਤੀ ਤੋਲ ਮੋਲ ਨਹੀਂ ਕਿ ਭਾਈ ਕਿਤਨਾ, ਜਿਤਨਾ ਹੋ ਸਕੇ ਵੱਧ ਤੋਂ ਵੱਧ ਸਿਮਰਨ ਕਰ ਸਕੀਏ, ਜਪ ਕਰ ਸਕੀਏ। ਵੱਧ ਤੋਂ ਵੱਧ ਜਾਪ ਕਰੀਏ, ਜਾਪ ਕਰਦੇ ਕਰਦੇ ਸਾਡਾ ਧਿਆਨ ਟਿਕੇ, ਜਾਪ ਦੇ ਵਿੱਚ ਧਿਆਨ ਹੋ ਜਾਏ। ਬਸ ਇਹ ਅਭਿਆਸ ਜ਼ਰੂਰ ਗੁਰਦੇਵ ਕਿਰਪਾ ਕਰਨ ਅਸੀਂ ਕਰਿਆ ਕਰੀਏ ਕਿ ਜੋ ਵੀ ਜਾਪ ਅਸੀਂ ਕਰ ਰਹੇ ਹਾਂ ਉਸ ਜਾਪ ਦੇ ਦਰਮਿਆਨ ਸਾਡਾ ਧਿਆਨ ਕਿੱਥੇ ਹੁੰਦਾ ਹੈ, ਸਾਨੂੰ ਇਹ ਸਮਝ ਆਉਣ ਲੱਗ ਪਏ। ਅਕਸਰ ਬਹੁਤੀ ਵਾਰ ਸਾਨੂੰ ਆਪਣੇ ਧਿਆਨ ਦੇ ਬਾਰੇ ਸਮਝ ਹੀ ਨਹੀਂ ਆਉਂਦੀ। ਅਸੀਂ ਸੋਚਦੇ ਹਾਂ ਕਿ ਸ਼ਾਇਦ ਅੱਖਾਂ ਮੀਟ ਕੇ ਹੀ ਧਿਆਨ ਹੁੰਦਾ ਹੈ। ਅੱਜ ਅਸੀਂ ਪਾਰਕਾਂ 'ਚ ਦੇਖਦੇ ਲੋਕ ਮੈਡੀਟੇਸ਼ਨ ਦਾ ਨਾਂ ਵਰਤਦੇ ਨੇ, ਠੀਕ ਹੈ, ਭਲਾ ਹੈ ਆਪਣੇ ਥਾਂ 'ਤੇ। ਕੋਈ ਸਰੀਰਕ ਤੌਰ 'ਤੇ ਸ਼ੁੱਧੀਕਰਨ ਵਾਸਤੇ ਅਤੇ ਸਰੀਰਕ ਬੈਲੈਂਸ ਕਰਨ ਵਾਸਤੇ ਬਹੁਤ ਵਧੀਆ ਹੈ। ਇੱਕ ਬੇਨਤੀ ਕਰ, ਫਿਰ ਉਹ ਤੋਂ ਵਧੀਆ ਹੋਰ ਚੀਜ਼ਾਂ ਲੱਭਣਾ ਔਖਾ ਹੈ ਸੰਸਾਰ ਵਿੱਚੋਂ। ਕੋਈ ਸਰੀਰਕ ਸ਼ੁੱਧੀਕਰਨ ਚੰਗਾ ਹੈ, ਟਿਕਾਓ ਚੰਗਾ ਹੈ, ਪਰ ਇਹਦੇ ਨਾਲ ਸਿਮਰਨ ਨਹੀਂ ਹੁੰਦਾ ਨਾ, ਉਹਦੇ ਨਾਲ ਸਿਮਰਨ ਨਹੀਂ ਹੁੰਦਾ। ਯੋਗੀਆਂ ਦਾ ਜੋ ਧਿਆਨ ਲਗਾਉਣ ਦਾ ਢੰਗ ਹੈ, ਸਮਾਧੀ ਲਗਾ ਲਈ ਵਿੱਚ ਵੀ ਸਿਮਰਨ ਨਹੀਂ ਹੈ। ਪਰ ਗੁਰੂ ਨਾਨਕ ਪਾਤਸ਼ਾਹ ਸਾਹਿਬ ਤੇ ਬਾਰ-ਬਾਰ ਸਿਮਰਨ ਦੀ ਗੱਲ ਕਰਦੇ ਨੇ। ਨਾਮ ਜਪੋ ਦਾ ਮਤਲਬ ਹੈ, ਜਪ ਦਾ ਮਤਲਬ ਹੁੰਦਾ ਹੈ ਕਿਸੇ ਸ਼ਬਦ ਨੂੰ ਪੂਰਾ ਉਚਾਰਨ ਕਰਨਾ। ਜਿਵੇਂ ਅਸੀਂ ਵਾਹਿਗੁਰੂ ਹੀ ਕਹਿਣਾ ਹੈ ਤੇ ਵਾਹਿਗੁਰੂ ਪੂਰਾ ਉਚਾਰਨ ਹੋਵੇ। ਕਿਸੇ ਨੂੰ ਸੁਣਾਈ ਦੇਵੇ ਤੇ ਭਾਵੇਂ ਨਾ ਦੇਵੇ, ਆਪ ਨੂੰ ਪਤਾ ਹੋਵੇ ਕਿ ਮੈਂ ਵਾਹਿਗੁਰੂ ਪੂਰਾ ਉਚਾਰਨ ਕੀਤਾ। ਜੇ ਕੋਈ ਰਾਮ ਬੋਲਦਾ ਹੈ ਤੇ ਕਮ ਸੇ ਕਮ ਉਹਨੂੰ ਪਤਾ ਹੋਵੇ ਕਿ ਮੈਂ ਰਾਮ ਬੋਲਿਆ। ਹੁਣ ਉਹ ਬੋਲਣ ਦੀਆਂ ਅਵਸਥਾਵਾਂ ਅਲੱਗ-ਅਲੱਗ ਹੋਣਗੀਆਂ, ਵੀ ਕੋਈ ਸੁਣਦਾ ਹੈ ਕੋਈ ਨਹੀਂ ਸੁਣਦਾ। ਕਈ ਵਾਰ ਕੋਈ ਜੀ ਇੰਨਾ ਉੱਚਾ ਉੱਚਾ ਵਾਹਿਗੁਰੂ ਵਾਹਿਗੁਰੂ ਜਪਦਾ ਹੁੰਦਾ ਹੈ ਕਿ ਅੱਧੀ ਗਲੀ ਤੱਕ ਪਤਾ ਲੱਗ ਜਾਂਦਾ। ਅਤੇ ਕਈ ਵਾਰ ਕੋਈ ਜਪਦੇ ਨੇ ਸਾਡੇ ਕੋਲ ਬੈਠਿਆਂ ਬੜਾ ਕੰਨ ਲਾ ਕੇ ਸੁਣੀਏ ਅਤੇ ਪਤਾ ਲੱਗਦਾ ਹਾਂ ਪਾਠ ਕਰਦਾ ਪਿਆ। ਇੱਕ ਹੋਰ ਵੀ ਹੈ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ, ਬਸ ਬੁੱਲ ਫਰਕਦੇ ਨਜ਼ਰ ਆਉਂਦੇ ਨੇ ਕਿ ਹਾਂ ਕੁਝ ਪੜ੍ਹਦਾ ਹੈ। ਉਹ ਵੀ ਆਪਣੇ ਆਪ ਨੂੰ ਪੁੱਛੇ ਕੀ ਕਹਿੰਦਾ, ਜਾਪ ਕਰਦਾ। ਅਤੇ ਕਗ ਤੋਂ ਅੱਗੇ ਅਵਸਥਾ ਵੀ ਹੈਗੀ ਨਾ, ਬਸ ਨੇਤਰ ਵੀ ਬੰਦ ਨੇ, ਬੁੱਲ ਵੀ ਬੰਦ ਨੇ, ਫਰਕਦੇ ਨਹੀਂ ਕਿ ਬਿਲਕੁਲ ਸਟਿਲ ਸਮਾਧੀ ਲੱਗੀ ਹੋਈ ਹੈ। ਪਰ ਉਹਨੂੰ ਪੁੱਛੀਏ ਕੀ ਕਰਦੇ ਹੋ, ਉਹ ਕਹਿੰਦਾ ਜੀ ਮੈਂ ਪਾਠ ਕਰਦਾ ਪਿਆ ਸਾਂ। ਉਹ ਵੀ ਤੇ ਕਹਿਣ ਉਹਨੂੰ ਪਤਾ ਮੈਂ ਬੋਲ ਰਿਹਾ। ਉੱਥੇ ਜਾਣ ਦੀ ਕੋਸ਼ਿਸ਼ ਕਰਿਆ ਕਰੀਏ, ਜਿੱਥੇ ਜਾ ਕੇ ਬੁੱਲ ਫਰਕਣ ਵੀ ਬੰਦ ਹੋ ਜਾਣ, ਨੇਤਰ ਵੀ ਬੰਦ ਹੋ ਜਾਣ, ਹੌਲੀ ਹੌਲੀ ਗੁਰਦੇਵ ਕਿਰਪਾ ਕਰਨ ਉੱਥੇ ਟਿਕਾਓ ਬਣਨ ਲੱਗ ਪਵੇ। ਜੋ ਮਨ ਇੱਧਰ ਉੱਧਰ ਭਟਕਦਾ ਉਹ ਵੀ ਟਿਕਣ ਲੱਗ ਪਏ। ਅਰਦਾਸ ਕਰਿਆ ਕਿਸੇ ਪਾਤਸ਼ਾਹ ਡੋਲਣ 'ਤੇ ਰੱਖੋ ਪ੍ਰਭੂ। ਰਸਨਾ ਜਪਦੀ 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 ਗਹਿਰੀ ਉਤਰ ਜੀ ਜਾਏ, ਫਿਰ ਅਗਲੀ ਬਖਸ਼ਿਸ਼ਾਂ ਪ੍ਰਾਪਤ ਹੋਣ ਲੱਗ ਪੈਂਦੀਆਂ ਨੇ। ਫਿਰ ਹੌਲੀ ਹੌਲੀ ਇੱਕ ਅਵਸਥਾ ਆਉਣੀ ਹੈ ਜਿੱਥੇ ਆਪਣਾ ਬੋਲਿਆ ਹੋਇਆ ਬੋਲ ਹੀ ਸੁਣਾਈ ਦੇਣ ਲੱਗ ਪਏ। ਹਾਲਾਂਕਿ ਉਹ ਮੈਂ ਨਹੀਂ ਕਹਿੰਦਾ ਕਿ ਇੱਕਦਮ ਮਿਲ ਜਾਏਗੀ, ਉਹਦੇ ਵਾਸਤੇ ਸਮਾਂ ਲੱਗਦਾ ਹੈ। ਉਹਦੇ ਵਾਸਤੇ ਕਿਰਪਾ ਅਤੇ ਮਿਹਨਤ ਦੋਨਾਂ ਦਾ ਸੁਮੇਲ ਹੈ। ਉਹਦੇ ਵਾਸਤੇ ਘਾਲਣਾ ਵੀ ਘਾਲਣੀ ਪੈਂਦੀ ਹੈ, ਪਰ ਘਾਲਣਾ ਘਾਲ ਕੇ ਕੋਈ ਇਹ ਨਾ ਦਾਵਾ ਕਰੇ ਦੇਖੋ ਜੀ ਮੈਂ ਇੰਨੇ
ਰਾਤਾਂ ਜਾਗ ਲਿਆ ਜੀ ਨੇ, ਜਾਪ ਕਰ ਲਿਆ, ਮੈਨੂੰ ਕਿਉਂ ਨਹੀਂ ਸੁਣਾਈ ਦਿੰਦਾ? ਇੱਦਾਂ ਦਾਅਵੇ ਨਾਲ ਨਹੀਂ ਮਿਲੇਗਾ। ਸਾਡੇ 'ਚ ਬਹੁਤ ਸਾਰੇ ਇੱਦਾਂ ਹੀ ਕਰਨ ਲੱਗ ਪੈਂਦੇ ਨੇ। 2 4 10 ਦਿਨ ਠੀਕ ਹੈ, ਕਿਸੇ ਨੇ 2 4 ਸਾਲ ਵੀ ਕਰ ਲਿਆ, ਕਹਿਣ ਲੱਗੇ ਦੇਖੋ ਜੀ ਸਾਨੂੰ ਤਾਂ ਕੁਝ ਨਹੀਂ ਸੁਣਾਈ ਦਿੱਤਾ। ਵੀ ਤੈਨੂੰ ਨਹੀਂ ਸੁਣਾਈ ਦਿੱਤਾ ਤਾਂ ਮਤਲਬ ਉੱਥੇ ਕੁਝ ਹੈ ਨਹੀਂ। ਨਹੀਂ ਜੀ ਕੁਛ ਨਹੀਂ ਗਾ, ਕੁਛ ਹੁੰਦਾ ਤਾਂ ਸੁਣਾਈ ਨਾ ਦਿੰਦਾ। ਪੁੱਛੀਏ ਬੋਲੇ ਬੰਦੇ ਨੇੜੇ ਬਹੁਤ ਸਾਰੇ ਵਾਜੇ ਵੱਜਦੇ ਹੋਣ, ਉਹਨੂੰ ਥੋੜ੍ਹਾ ਸੁਣਾਈ ਦਿੰਦੇ ਨੇ। ਇਸੇ ਤਰ੍ਹਾਂ ਸਾਡੀ ਸ਼ਰੁਤ ਕਲਾ ਬੰਦ ਹੈ, ਅਸਾਂ ਉਸ ਨੂੰ ਜਗਾਉਣਾ ਹੈ, ਅਸਾਂ ਉਸ ਨੂੰ ਅੱਜ ਕੱਲ੍ਹ ਦੀ ਭਾਸ਼ਾ ਜੇ ਵਰਤ ਲਵਾਂ ਤਾਂ ਐਕਟੀਵੇਟ ਕਰਨਾ ਹੈ। ਅੱਜ ਜਿਵੇਂ ਸਾਡੇ ਮੋਬਾਈਲ ਦੇ ਬਹੁਤ ਸਾਰੀਆਂ ਪ੍ਰੋਫਾਈਲਸ ਬੰਦ ਪਈਆਂ ਹੁੰਦੀਆਂ ਨੇ, ਤੁਸੀਂ ਸਿਸਟਮ ਦੇ ਵਿੱਚ ਜਾਣਦੇ ਹੋ ਅਤੇ ਤਦ ਉਸ ਨੂੰ ਐਕਟੀਵੇਟ ਕਰ ਲੈਂਦੇ ਹੋ, ਅਤੇ ਫਿਰ ਦੁਨੀਆ ਭਰ ਦੀ ਜਾਣਕਾਰੀਆਂ ਤੁਸੀਂ ਪ੍ਰਾਪਤ ਕਰ ਲੈਂਦੇ ਹੋ। ਅਤੇ ਜਦ ਤੱਕ ਤੁਸੀਂ ਉਸ ਨੂੰ ਐਕਟੀਵੇਟ ਨਹੀਂ ਕਰਦੇ, ਆਪਣੇ ਉਸ ਪਲਾਨ ਨੂੰ, ਉਸ ਪ੍ਰੋਫਾਈਲ ਨੂੰ, ਕੁਛ ਵੀ ਤਾਂ ਨਹੀਂ ਹੈ ਤੁਹਾਡੇ ਕੋਲ। ਇੱਕ ਖਿਡੌਣਾ ਹੈ, ਭਾਰ ਹੈ, ਅਤੇ ਜਦੋਂ ਉਹਨੂੰ ਐਕਟੀਵੇਟ ਪ੍ਰੋਪਰਲੀ ਕਰ ਲੈਂਦੇ ਹੋ ਤਾਂ ਫਿਰ ਤੁਹਾਡੇ ਵਾਸਤੇ ਦੁਨੀਆ ਦੀ ਜਾਣਕਾਰੀ ਦੀ ਇੱਕ ਬਿਹਤਰੀਨ ਮਸ਼ੀਨ ਹੈ, ਦੁਨੀਆ ਨਾਲ ਜੁੜਨ ਦਾ ਇੱਕ ਸਾਧਨ ਹੈ। ਕੁਦਰਤ ਨੇ ਸਾਨੂੰ ਦੁਨੀਆ ਦਾ ਸਭ ਤੋਂ ਬਿਹਤਰੀਨ ਡਿਵਾਈਸ ਸਾਡਾ ਸਰੀਰ ਦਿੱਤਾ ਹੈ। ਦੁਨੀਆ ਦੇ ਹੋਣਗੇ ਮਹਿੰਗੇ ਤੋਂ ਮਹਿੰਗੇ ਡਿਵਾਈਸ, ਪਰ ਕੁਦਰਤ ਨੇ ਸਭ ਤੋਂ ਮਹਿੰਗਾ ਅਤੇ ਸਭ ਤੋਂ ਬਿਹਤਰੀਨ, ਜਿਸ ਦੀ ਸਮਝ ਅੱਜ ਤੱਕ ਵਿਗਿਆਨਕਾਂ ਨੂੰ ਪੂਰੀ ਨਹੀਂ ਆਈ, ਸਾਨੂੰ ਦਿੱਤਾ ਹੋਇਆ। ਥੋੜ੍ਹਾ ਬਹੁਤਾ ਇਹਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰੀਏ। ਕਰਤੇ ਨੇ ਸਰੀਰ ਸੁੰਦਰ ਦਿੱਤਾ, ਐਵੇਂ ਥੋੜ੍ਹਾ ਦਿੱਤਾ ਹੈ। ਅਸੀਂ ਪਸ਼ੂ ਨਹੀਂ ਹਾਂ ਜੋ ਐਵੇਂ ਖਾ ਪੀ ਕੇ ਹੰਡਾ ਕੇ ਲੰਘ ਜਾਵਾਂਗੇ। ਕੀ ਕਰਿਆ ਕਰੀਏ ਬਾਬਾ? ਕਹਿਣ ਲੱਗੇ ਜਪਿਆ ਕਰ, ਪਹਿਲੀ ਅਵਸਥਾ ਜਪਿਆ ਕਰ, ਉਸ ਤੋਂ ਬਾਅਦ 'ਚ ਕੀ ਮਿਲੇਗਾ? ਕਹਿਣ ਲੱਗੇ ਫਿਰ ਸੁਣਿਆ ਕਰ। ਤੀਜੀ ਅਵਸਥਾ ਹੁੰਦੀ ਮੰਨਿਆ ਕਰ। ਇਹ ਸਾਡੀਆਂ ਅਵਸਥਾਵਾਂ ਨੇ ਨਾ। ਪਹਿਲਾਂ ਜਪਣਾ ਸ਼ੁਰੂ ਕਰੋ, ਫਿਰ ਉਸ ਨੂੰ ਸੁਣਨਾ ਸ਼ੁਰੂ ਕਰੋ, ਫਿਰ ਮੰਨਣਾ ਸ਼ੁਰੂ ਕਰੋ। ਐਜੂਕੇਸ਼ਨ ਸੈਕਟਰ ਵਿੱਚ ਵੀ ਇਹੀ ਹੈ। ਪਹਿਲਾਂ ਅਧਿਆਪਕ ਆਪਣੇ ਵਿਦਿਆਰਥੀ ਬੱਚੇ ਨੂੰ ਨਾਲ ਬੁਲਾਉਂਦੇ ਨੇ ਵੀ ਬੋਲ, ਹੁਣ ਵੀ ਬੁਲਾਉਂਦੇ ਨੇ। ਔਰ ਕਿੰਨਾ ਨਵੀਨਤਮ, ਨਵੇਂ ਤੋਂ ਨਵਾਂ ਤਕਨੀਕੀ ਤਰੀਕੇ ਆ ਜਾਣ, ਪਰ ਉਹਨਾਂ ਬੱਚੇ ਨੂੰ ਬੁਲਾਉਣਾ ਤਾਂ ਪੈਣਾ ਹੀ ਹੈ ਨਾ। ਬੱਚੇ ਨੂੰ ਅਧਿਆਪਕ ਨੂੰ ਕਹਿਣਾ ਪੈਣਾ ਬੋਲ ਊੜਾ, ਬੋਲਣਾ ਪੈਣਾ। ਭਾਵੇਂ ਅੰਗਰੇਜ਼ੀ ਤਕਨੀਕਾਂ ਆ ਗਈਆਂ, ABC ਹੋਵੇਗਾ, ਪਰ ਅਧਿਆਪਕ ਨੂੰ ਖੁਦ ਬੋਲਣਾ ਪੈਣਾ ਊੜਾ, ਬਿਲਕੁਲ ਭਰ ਕੇ ਪੂਰਾ ਉਚਾਰਨ ਕਰਨਾ ਪੈਣਾ। ਤਾਂ ਬੱਚੇ ਨੂੰ ਵੀ ਕਹਿਣਾ ਬੋਲ, ਬੱਚਾ ਬੋਲੇਗਾ। 1 ਵਾਰ 2 ਵਾਰ 10 ਵਾਰ ਗਲਤ ਬੋਲੇਗਾ, ਹੌਲੀ 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 ਕਰਦਿਆਂ ਕਰਦਿਆਂ ਉਹ ਊੜਾ ਪੂਰਾ ਬੋਲ ਲੈਂਦਾ। ਫਿਰ ਜਦੋਂ ਪੂਰੀ ਤਰ੍ਹਾਂ ਊੜਾ ਬੋਲ ਲੈਂਦਾ, ਫਿਰ ਅਧਿਆਪਕ ਤੋਂ ਪ੍ਰੈਕਟਿਸ ਨਹੀਂ ਕਰਵਾਉਂਦਾ। ਹੁਣ ਅਧਿਆਪਕ ਬੋਲਦਾ ਊੜਾ ਅਤੇ ਸਮਝ ਜਾਂਦਾ ਇਹਨੇ ਊੜਾ ਬੋਲੇ, ਇਹ ਫਿਰ ਸੁਣਨਾ ਸ਼ੁਰੂ ਹੋ ਜਾਂਦਾ। ਫਿਰ ਕਹਿਣ ਲੱਗੇ ਮੈਨੂੰ ਬੋਲਣ ਦੀ ਵੀ ਲੋੜ ਨਹੀਂ, ਲਿਖਿਆ ਦੇਖ ਲਾ ਅਤੇ ਸਮਝ ਲਾ ਕੀ ਲਿਖਿਆ। ਫਿਰ ਉਸਨੂੰ ਮੰਨ ਲਿਆ ਕੁਝ ਨਹੀਂ ਲਿਖਣਾ, ਕੀ ਇੱਕ ਨਿਸ਼ਾਨ ਕਾਗਜ਼ ਦੇ ਉੱਤੇ ਇੱਕ ਸਿਆਹੀ ਨਾਲ ਕੁਝ ਨਿਸ਼ਾਨ ਬਣਾ ਤਾ। ਉਹਨੂੰ ਪਤਾ ਹੈ ਕਿਉਂਕਿ ਬੋਲਿਆ ਹੋਇਆ ਉਹਨੇ, ਅਤੇ ਉਹਨੇ ਸੁਣਿਆ ਹੋਇਆ ਕਿ ਇਹ ਊੜਾ ਹੈ। ਬਸ ਜਿਸ ਨੇ ਸੁਣਿਆ ਵੀ ਨਹੀਂ ਅਤੇ ਬੋਲਿਆ ਵੀ ਨਹੀਂ, ਉਸ ਨੂੰ ਇਸ ਨਿਸ਼ਾਨ ਦਾ ਕੋਈ ਮਾਇਨੇ ਨਹੀਂ ਜੀ। ਜਿਸ ਨੇ ਸੁਣਿਆ ਹੈ ਅਤੇ ਬੋਲਿਆ ਹੈ, ਉਹਦੇ ਵਾਸਤੇ ਹੀ ਊੜੇ ਦੇ ਨਿਸ਼ਾਨ ਦਾ ਮਾਇਨਾ ਊੜਾ ਹੈ। ਜਿਸ ਨੇ ਨਾ ਊੜਾ ਕਦੇ ਸੁਣਿਆ ਅਤੇ ਨਾ ਊੜਾ ਕਦੇ ਬੋਲਿਆ, ਉਹਦੇ ਵਾਸਤੇ ਕਾਗਜ਼ 'ਤੇ ਖਿੱਚੀ ਗੋਲ ਗੋਲ ਇੱਕ ਲਕੀਰ ਹੈ। ਇਸੇ ਤਰ੍ਹਾਂ ਜਦੋਂ ਅਸੀਂ ਇਸ ਰਾਹ 'ਤੇ ਤੁਰਦੇ ਹਾਂ, ਪਹਿਲਾਂ ਜਪ ਸ਼ੁਰੂ ਕਰੀਏ। ਜਪ ਕਿੱਥੋਂ ਕਰਾਂਗੇ? ਸਿਆਣੇ ਗੁਰਮੁਖਾਂ ਸੰਗਤਾਂ 'ਚ ਬੈਠ ਕੇ ਸੁਣੀਏ ਕਿੱਦਾਂ ਬੋਲਦੇ ਨੇ। ਇਸੇ ਕਰਕੇ ਸੰਗਤਾਂ 'ਚ ਬੁਲਾਇਆ ਜਾਂਦਾ, ਬੋਲੋ ਜੀ ਵਾਹਿਗੁਰੂ। ਇਸੇ ਕਰਕੇ ਬੁਲਾਇਆ ਜਾਂਦਾ ਵੀ ਇੱਕ ਦੂਜੇ ਦੇ ਮਗਰ ਮਗਰ ਬੋਲਿਆ ਕਰੀਏ। ਬੋਲਦਿਆਂ ਬੋਲਦਿਆਂ ਸੁਣਨਾ ਆ ਜਾਏਗਾ, ਸੁਣਦਿਆਂ ਸੁਣਦਿਆਂ ਸਮਝਣਾ ਅਤੇ ਮੰਨਣਾ ਆ ਜਾਏਗਾ। ਜਦੋਂ ਹੌਲੀ ਹੌਲੀ ਇੱਥੇ ਪਹੁੰਚਾਂਗੇ ਅਤੇ ਮਹਾਰਾਜ ਫਿਰ ਦੱਸਦੇ ਨੇ। ਅੱਜ ਦੇ ਜੋ ਲੜੀਵਾਰ ਵਿਚਾਰ ਹੈ, ਇਸੇ ਪੱਖ ਦੇ ਅਗਲੀ ਵਿਚਾਰ ਹੈ। ਮਹਾਰਾਜ ਦੱਸਦੇ ਨੇ ਕਿ ਭਾਈ ਦੇਖ ਸਮਝ, ਸੁਣਨਾ ਕੀ ਹੈ। ਹੁਣ ਸੁਣਨਾ ਸਾ ਕੀ ਹੈ? ਦਰ ਵਾਜਹਿ ਅਨਹਤ ਵਾਜੇ ਰਾਮ, ਦਰ 'ਤੇ ਹਰ ਵਕਤ ਵਾਜੇ ਵੱਜ ਰਹੇ ਨੇ, ਤੂੰ ਸੁਣ। ਪੁਰਾਣੇ 'ਚ ਪਿੰਡਾਂ 'ਚ ਅਜੇ ਵੀ ਹੈ। ਸਵੇਰੇ ਸਵੇਰੇ ਜਦੋਂ ਉੱਠਣ ਦਾ ਵੇਲਾ ਹੋ ਜਾਂਦਾ ਹੈ, ਗੁਰਦੁਆਰੇ ਸਪੀਕਰ ਤੋਂ ਆਵਾਜ਼ ਆਉਣ ਲੱਗ ਪੈਂਦੀ, ਅਤੇ ਘਰ ਦੇ ਕੀ ਕਹਿੰਦੇ ਨੇ, ਭਾਈ ਉੱਠੋ, ਦੇਖੋ ਪਾਠ ਸੁਣੋ, ਆਵਾਜ਼ ਉੱਠਣ ਦਾ ਵੇਲਾ ਹੋ ਗਿਆ। ਦੂਰ ਦੁਰਾਡੇ ਇੱਕ ਆਵਾਜ਼ ਆ ਰਹੀ ਹੈ,
ਤੇ ਜਿਨ੍ਹਾਂ ਨੂੰ ਉਹ ਬਾਣੀ ਕੰਠ ਹੁੰਦੀ ਹੈ ਜਾਂ ਸੁਣੀ ਹੁੰਦੀ ਹੈ ਉਹ ਦੱਸ ਦਿੰਦੇ ਨੇ ਕਿ ਕਿਹੜੀ ਬਾਣੀ ਪੜ੍ਹਦਾ ਪਿਆ। ਤੇ ਜਿਸ ਨੂੰ ਉਸ ਬਾਣੀ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਉਹ ਕਹਿੰਦਾ ਹਾਂ ਸਪੀਕਰ 'ਚ ਆਵਾਜ਼ ਗੂੰਜਦੀ ਹੈ, ਕੀ ਬੋਲਦਾ ਪਿਆ ਪਤਾ ਨਹੀਂ ਪਰ ਆਵਾਜ਼ ਗੂੰਜਦੀ ਪਈ ਹੈ। ਤੇ ਜਿਸ ਤੇ ਕੰਨ ਬੰਦ ਨੇ ਜਾਂ ਸੁੱਤਾ ਪਿਆ ਹੈ ਉਹਨੂੰ ਪੁੱਛੀ ਵੀ ਸਵੇਰੇ 5 ਵਜੇ 4 ਵਜੇ ਆਵਾਜ਼ ਸੀ ਕੋਈ, ਕਹੇਗਾ ਨਹੀਂ ਮੈਨੂੰ ਨਹੀਂ ਪਤਾ, ਮੈਂ ਤੇ ਕੁਝ ਨਹੀਂ ਸੁਣਿਆ। ਉਹਦੇ ਦੋ ਹੀ ਕਾਰਨ ਨੇ, ਜਾਂ ਤੇ ਭਾਈ ਤੂੰ ਸੁੱਤਾ ਪਿਆ ਸੈਂ ਤੇ ਜਾਂ ਤੇਰੇ ਕੰਨਾਂ ਦੀ ਜੋ ਸੁਣਨ ਸਮਰੱਥਾ ਹੈ ਉਹ ਘੱਟ ਹੈ, ਉਹ ਤੇ ਬੋਲਦਾ ਪਿਆ ਸੀ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਪ੍ਰਭੂ ਜੀ ਦੇ ਦਰ ਤੇ ਸਦਾ ਵਾਜੇ ਵੱਜਦੇ ਨੇ, ਪ੍ਰਭੂ ਜੀ ਦੇ ਦਰ ਤੇ ਸਦਾ ਸ਼ਬਦ ਗੂੰਜਦਾ ਹੈ। ਸਾਡੇ ਬਹੁਤ ਸਾਰੇ ਗਿਆਨੀਆਂ ਨੇ ਪ੍ਰਭੂ ਜੀ ਦੇ ਦਰ ਤੇ ਵੱਜਦੇ ਹੋਏ ਵਾਜਿਆਂ ਦਾ ਜ਼ਿਕਰ ਕੀਤਾ। ਕੋਈ ਮੰਨ ਪਾਇਆ ਕਿ ਕੋਈ ਨਹੀਂ ਮੰਨ ਪਾਇਆ। ਮੰਨਣਾ ਇਸ ਕਰਕੇ ਕਿਉਂਕਿ ਉਹਨਾਂ ਉੱਚਾ ਜਾਣਾ ਪਏਗਾ, ਸੁਣਨਾ ਪਏਗਾ। ਧਿਆਨ ਕੋਈ ਲਾ ਕੇ ਰਾਜੀ ਨਹੀਂ, ਬੈਠ ਕੇ ਰਾਜੀ ਨਹੀਂ, ਗੱਲੀ ਬਾਤੀ ਕਹਿੰਦੇ ਨੇ ਸਾਨੂੰ ਸੁਣਾਈ ਨਹੀਂ ਦਿੰਦਾ, ਤੇ ਭਾਈ ਤੁਸੀਂ ਧਿਆਨ ਲਾਓ, ਬੈਠੋ, ਸੁਣੋ। ਆ ਦਰਬਾਰ ਸਾਹਿਬ ਅਸੀਂ ਮੰਨਦੇ ਨਾ ਸਾਰਾ ਦਿਨ ਕੀਰਤਨ ਹੁੰਦਾ ਰਹਿੰਦਾ। ਰਾਤ ਵੀ ਜਦੋਂ ਅਸੀਂ ਕਹਿੰਦੇ ਕੀਰਤਨ ਨਹੀਂ ਹੁੰਦਾ ਉਦੋਂ ਵੀ ਸਤਿਨਾਮ ਵਾਹਿਗੁਰੂ ਜਾਪ, ਸੇਵਾ ਸਫਾਈ ਕਰਦੇ ਹਾਂ, ਕਦੇ ਸੁਖਮਨੀ ਸਾਹਿਬ ਦਾ ਪਾਠ, ਕਦੇ ਜਾਪ, ਕੁਛ ਨਾ ਕੁਛ ਉੱਥੇ ਸ਼ਬਦ ਦੀ ਗੂੰਜ 24 ਘੰਟੇ ਨਿਰੰਤਰ ਰਹਿੰਦੀ ਹੈ। ਪਰ ਸਾਨੂੰ ਇੱਥੇ ਤਾਂ ਨਹੀਂ ਸੁਣਾਈ ਦਿੰਦੀ ਨਾ। ਇੱਥੇ ਸੁਣਨ ਵਾਸਤੇ ਸਾਨੂੰ ਕਿਸੇ ਸਿਸਟਮ ਦੀ ਜ਼ਰੂਰਤ ਹੈ, ਕਿਸੇ ਸਾਧਨ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਪ੍ਰਭੂ ਜੀ ਦੇ ਦਰ 'ਤੇ ਵੀ ਸਦਾ ਸ਼ਬਦ ਗੂੰਜਦਾ ਹੈ। ਜਿਹੜੇ ਦੂਜੇ ਸ਼ੁਨ ਸਮਾਧੀ ਦੇ ਗਿਆਨੀ ਨੇ ਉਹਨਾਂ ਇੰਨਾ ਕੁ ਸੁਣਿਆ, ਉਹ ਕਹਿੰਦੇ ਦੇਖੋ ਜੀ ਉੱਥੇ 5 ਪ੍ਰਕਾਰ ਦੇ ਵਾਜੇ ਵੱਜਦੇ ਅਸਾਂ ਸੁਣੇ ਨੇ। ਉੱਥੇ ਢੋਲਕੀ ਵੱਜਦੀ ਹੈ, ਉੱਥੇ ਛੈਣੇ ਵੱਜਦੇ ਨੇ, ਉੱਥੇ ਫੂਕ ਨਾ ਵਜਾਉਣ ਵਾਲੇ ਵਾਜੇ ਜਿਵੇਂ ਬੰਸਰੀ ਆਦਿਕ ਨੇ ਇੱਦਾਂ ਦੇ ਵੱਜਦੇ ਨੇ, ਉੱਥੇ ਘਣ ਵੱਜਦਾ ਹੈ, ਇੱਥੇ ਵਿੱਤ ਵੱਜਦਾ ਹੈ, ਇੱਥੇ ਨਾਦ ਹੈ। ਉਹਨਾਂ ਇੰਨਾ ਕੁ ਦੱਸਿਆ ਹੈ। ਔਰ ਕਿਸੇ ਵੀ ਪੁਰਾਣੇ ਗਿਆਨੀ ਨੂੰ ਪੁੱਛ ਕੇ ਪੜ੍ਹ ਕੇ ਗ੍ਰੰਥ ਦੇਖੀਏ, ਕਹਿੰਦੇ 5 ਪ੍ਰਕਾਰ ਦੇ ਵਾਜੇ ਉੱਥੇ ਵੱਜਦੇ ਨੇ। ਤੇ ਗੁਰੂ ਨਾਨਕ ਸਾਹਿਬ ਤੋਂ ਪੁੱਛੀ ਜੀ ਬਾਬਾ ਜੀ 5 ਪ੍ਰਕਾਰ ਦੇ ਵਾਜੇ ਵੱਜਦੇ ਨੇ? ਕਹਿਣ ਲੱਗੇ ਨਹੀਂ, 5 ਪ੍ਰਕਾਰ ਦੇ ਵਾਜੇ ਕਿਉਂਕਿ ਉਹ ਵਜਾਉਣਾ ਜਾਣਦੇ ਸਨ, ਉਹਨਾਂ ਨੂੰ ਪਤਾ ਸੀ, ਪਹਿਚਾਨ ਸੀ ਕਿ 5 ਪ੍ਰਕਾਰ ਦੇ ਵਾਜੇ, ਉਹਨਾਂ ਤੁਹਾਨੂੰ 5 ਦੱਸਦੇ। ਪਰ ਉੱਥੇ ਬੇਅੰਤ ਪ੍ਰਕਾਰ ਦੇ ਵਾਜੇ ਵੱਜਦੇ ਜੇ। ਉਹਨਾਂ ਵਾਜਿਆਂ ਦੇ ਉੱਤੇ ਸ਼ਬਦ ਵੀ ਗੂੰਜਦਾ ਜੇ। ਜਿਵੇਂ ਆ ਕੀਰਤਨ ਕਰਨ ਵਾਲੇ ਅਸੀਂ ਦੇਖਦੇ ਹਾਂ ਕਿ ਹਾਰਮੋਨੀਅਮ ਤਬਲਾ ਹੀ ਵੱਜਦਾ, ਅਤੇ ਕਦੇ ਕਦੇ ਦੇਖੀਦਾ ਨਾ ਬਹੁਤ ਸਾਰੇ ਕੋਈ ਛੈਣੇ ਟੱਲੀਆਂ ਅਤੇ ਪਤਾ ਨਹੀਂ ਕਿੰਨੇ ਕੁਝ ਨੂੰ ਆਪਾਂ ਰੇਡੀਓ ਸਟੇਸ਼ਨਾਂ 'ਤੇ ਕਦੇ ਕਦੇ ਧੁਨਾਂ ਸੁਣਦੇ ਹਾਂ। ਸੁਗਮ ਸੰਗੀਤ ਜਿਹਨੂੰ ਕਹਿੰਦੇ ਨੇ, ਉਹ 'ਚ ਵਾਜੇ ਹਾਰਮੋਨੀ ਤਾਂ ਪਤਾ ਨਹੀਂ 5-5 7-7 ਉਹਨਾਂ ਹਾਰਮੋਨੀਅਮ ਰੱਖੇ ਹੁੰਦੇ ਨੇ, ਤਬਲੇ 3-3 4-4 ਇਕੱਠੇ, ਵਿੱਚੇ ਮਰਦੰਗ, ਵਿੱਚੇ ਪਖਾਵਜ, ਵਿੱਚੇ ਤੰਤੀ ਸਾਜ਼, ਵਿੱਚੇ ਫੂਕ ਵਾਲੇ ਸਾਜ਼, ਸਾਰੇ ਇਕੱਠੇ ਕਰਕੇ ਇੱਕ ਧੁਨ ਬਣਾਉਂਦੇ ਨੇ। ਅਤੇ ਫਿਰ ਕੋਈ ਬਿਹਤਰੀਨ ਜਿਹਾ ਗਾਇਕ ਉਹਨਾਂ 'ਤੇ ਗਾਉਂਦਾ। ਅਸੀਂ ਕਹਿੰਦੇ ਵਾਹ ਆਨੰਦ ਆ ਗਿਆ, ਕਿਉਂਕਿ ਬਹੁਤ ਸਾਰੇ ਅਤੇ ਪਾਵਨ ਬਾਣੀ ਪੜ੍ਹ ਕੇ ਦੇਖਣਾ ਉੱਥੇ ਬੇਅੰਤ ਪ੍ਰਕਾਰ ਦੇ ਵਾਜੇ ਨੇ, ਉਹਨਾਂ ਦੇ ਉੱਪਰ ਸ਼ਬਦ ਹੈ, ਉਹਨਾਂ ਦੇ ਉੱਪਰ ਸ਼ਬਦ ਗੂੰਜਦਾ ਹੈ, ਤਾਈਓ ਧੁਰ ਸ਼ਬਦ ਸਦਾ ਵੱਜਦਾ ਹੈ। ਜਿਨ੍ਹਾਂ ਦੇ ਸੁਰਤ ਜਿਉਂ-ਜਿਉਂ ਨੇੜੇ-ਨੇੜੇ ਜਾਏਗੀ ਤਿਉਂ-ਤਿਉਂ ਉਹਨਾਂ ਨੂੰ ਉੱਥੇ ਵੱਜਦੇ ਹੋਏ ਵਾਜਿਆਂ ਦੀ ਕੋਈ ਛਣਕਾਰ ਸੁਣਾਈ ਦੇ। ਗੁਰਬਾਣੀ 'ਚ ਬਹੁਤ ਵਾਰ ਤਹਿਵਾਜੇ ਅਨੰਤ ਵਾਜੇ ਗਿਆ। ਸਾਨੂੰ ਇੱਕ ਸਪਸ਼ਟ ਹੁਕਮ ਹੈ, ਪੜ੍ਹਿਆ ਅਸੀਂ ਬੜੀ ਵਾਰੀ, ਪਰ ਉਹਦੇ ਬਾਰੇ ਵਿਚਾਰਿਆ ਕਿੰਨੀ ਕੁ ਵਾਰੀ ਜੇ। ਹੁਣੇ ਥੋੜ੍ਹੀ ਦੇਰ ਬਾਅਦ ਵੀ ਪੜ੍ਹਨਾ, ਇੱਕ ਵਾਰ ਪਹਿਲਾਂ ਵੀ 2 ਵਾਰ ਪੜ੍ਹ ਚੁੱਕੇ ਹੋ, ਸਵੇਰ ਦੇ ਲੈ ਕੇ ਦਰਬਾਰ ਵਿੱਚ ਵੀ 1 ਵਾਰ 2 ਵਾਰ ਪੜ੍ਹ ਚੁੱਕੇ ਹੋ, ਨਿੱਜ ਵਿੱਚ ਵੀ ਆ ਪੜ੍ਹ ਕੇ ਆਇਓਗੇ। ਆਨੰਦ ਸੁਣੋ, ਕਈ ਰੋਜ਼ ਪੜ੍ਹਦੇ ਹੋ ਨਾ, ਸੁਣੋ ਕਿਹੜਾ ਆਨੰਦ ਹੈ। ਠੀਕ ਹੈ, ਸਾਡਾ ਪਾਠ ਵਿੱਚ ਭੇਤ ਹੈ, ਅਸੀਂ ਰਟੰਤ ਹੋ ਗਿਆ ਆਨੰਦ, ਕਿਉਂਕਿ ਅਸੀਂ ਬਾਣੀ ਦਾ ਨਾਂ ਆਨੰਦ ਹੈ। ਅਤੇ ਕਦੇ ਕਦੇ ਵੇਖਦੇ ਹਾਂ ਕੁਝ ਸਿਆਣੇ ਪਾਠ ਕਰਦੇ ਨਹੀਂ, ਆਨੰਦ ਸੁਣੋ, ਉਹ ਆਪਣਾ ਪਾਠ ਭੇਜਦਾ, ਮੈਂ ਟਿੱਪਣੀ ਨਹੀਂ ਕਰਦਾ ਵੀ ਕੌਣ ਕੀ ਕਰਦਾ, ਕੋਈ ਕੀ ਕਰਦਾ, ਪਰ ਉੱਥੇ ਕਿਹਾ ਹੈ ਨਾ ਸੁਣੋ, ਕੀ ਸੁਣੋ ਜਿਹਦੇ ਵਿੱਚ ਆਨੰਦ ਹੈ। ਬਸ ਜੇ ਅਸੀਂ ਇੰਝ ਸਮਝ ਸਕੀਏ ਜੋ ਸੁਣਨ ਵਾਸਤੇ ਕਹਿ ਰਹੇ ਨੇ ਉਹ ਆਨੰਦ ਹੀ ਹੈ, ਪਰ ਉਹ ਆਨੰਦ ਕੈਸਾ ਹੈ, ਕਿਸੇ ਨੇ ਉਸ ਨੂੰ ਛੂਹਿਆ ਨਹੀਂ ਵੀ ਅਸੀਂ ਟੱਚ ਕੀਤਾ ਅਤੇ ਵਾਜਾ ਵੱਜਿਆ, ਅਸੀਂ ਥਾਪ ਦਿੱਤੀ ਤਬਲੇ 'ਤੇ ਤਾਂ ਆਵਾਜ਼ ਆਈ, ਅਸਾਂ ਹਾਰਮੋਨੀਅਮ ਵਜਾਇਆ ਤਾਂ ਆਵਾਜ਼ ਆਈ, ਅਸਾਂ ਫੂਕ ਵਜਾਈ ਤਾਂ ਆਵਾਜ਼ ਆਈ। ਨਹੀਂ, ਉਸ ਨੂੰ ਵਜਾਇਆ ਨਹੀਂ,
वो निरंतर है, वो शब्द गूंज निरंतर है, उसनूं सुनो, क्योंकि उत्थे वजदा। अज कहंदे ने दर वाजा है, प्रभु जी दे दर ते वजदे ने। ते दर किहड़ा है? पढ़ के आप जी आए होगे, सो दर तेरा केहा। हे सच्चे पातशाह तुहाडा दर किहो जिहा? उस दर ते कौन वाजे वजा रहा है ते कौन गा रहा है? मेरे तो ज़्यादा तुहानूं पता है, क्योंकि तुसीं बहुत ही वार मेरे तो ज़्यादा पाठ कीता होना। गावण तुधनों, गाउंदे ने तैनूं देवतियां दर नाले। गावण तुधनों, पौण पाणी बैसंतर। गावण तुधनों कितनी बार? 11 बार 11 स्टैप दिते ने। गावण तुधनों, गा रहे ने तैनूं। अभ्यासी मनते ने जदों किसी इस पुत्रा चढ़ाई ते चढ़ीदा ते हर पौड़ी ते कोई ना कोई बैठा होंदा। हुण ते असीं ठीक है वडेरियां थावां ते जांदे नहीं, थोड़ा बहुता साडे मनां च मतभेद जे आ गए ने, कुछ असीं नैरो माइंड हो गए हाँ, तो कुछ असीं उह संसारिक कार विहारां च ऐसे उलझे हाँ कि असीं इहो जिहियां खुशियां मंगलां ते एक दूजे थां ते जा ही नहीं पाते। नहीं तो किसी पहाड़ों के किसी मंदिर वाल जाके अज भी जिन्होंने पुरातन कहिंदे ने कि सदियां पुराने टिकाणे ने, उन्हां दे अंदर पूजा पाठ की पद्धति की है मैं तो टिप्पणी नहीं कर सकता, क्योंकि उन्हां दा हर एक दा आपो अपना मंडल हुंदा है। पर देखना लाइनां दे लाइनां उन्हां दे अगे भिखारी बैठे हुंदे, पर सारे भिखारी नहीं जी हुंदे। हो सानूं लगदा है भिखारी ने, हो दरवाजे ते जो बैठा हुंदा है साडी दृष्टि च है कि मंगता बाबा होना है, पर जरूरी नहीं भिखारी होवे। बहुत बेहतरीन बंदगी वाले उत्थे बैठे होंदे, बस आनंद होंदा बैठे होंदे। अज जिन्हां नूं किते मौका लगा हुंदा वड्डे समागमां ते दरबार साहब सज्जे खब्बे, हुण ते रंग थोड़े जे बदल गए ने, नहीं तो कोई किते बैठा जाप करदा है, कोई किते बैठा अपनी समाधि चला के बैठा है। अज भी किते जाके देखिए अंदर कीर्तन हो रहा है, बाहर परिक्रमा के बरांडे च किते गहो ना वेखना, कोई ध्यान टिका के बैठा है, कोई जाप करता पिया है, कोई अपने जाप करता, कीर्तन की गूंज भी चल रही है, पर वो अपने अपने आनंद विच बैठे ने। क्योंकि असीं आनंद तक पहुँच ही नहीं बना पाए। असीं तो भजे भजे गए, मेला देखिया, पर्ची कटाई, देख लई नहीं लई, गए झूठ सच बोलना शुरू कर देना, भाई जी मेरी गड्डी छुट जाने, मैनू इस पासे अंदर दाखल हो लैण दिओ। उत्थे मेला देखण थोड़ा गए, 4 कदम गए हो, अदब दे नाल ते परिक्रमा च टिक जाओ, बैठ जाओ उत्थे जिथे गूंज शब्द की आउंदी है, फिर आनंद नूं शायद छू सकीए, उस पासे तुर सकीए। वजदे जी उस वक्त प्रभु किते शाम नूं आपने सोदर का पाठ करना है ना, कदे सोदर की पौड़ी नूं हत्थ च गुटका लैके जुबानी पाठ किते कई बार असीं नहीं कर पावांगे, हत्थ च गुटका पोथी लैके फिर देखना एक तुक विच कितने किते अवस्थावां दा जिक्र है। वो फिर दर्जा बदर्जा गा रहे हैं, दर्जा बदर्जा गाउंदियां 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 दरवाजे के बिल्कुल आखिरी पड़ाव ते कौन है जिहदा जिक्र जपजी साहब की 5 खंडां दी पौड़ियां विच हुंदा है। हौली हौली जो तुरे जावांगे, मान लो कि शीशे का दरवाजा आ गया, बिल्कुल दरवाजे ते कौन है। असीं अंदर पढ़िया सचखंड वसै निरंकार, गुरु नानक जी दस रहे ने सानू, सचखंड वसै निरंकार। उहदे बाहर कौन है? तिथै, गौर न टिक के न तुक्का न पढ़ना, तिथै भगत वसै के लो, भगत वसदे हन कईयां लोकां दे। आलोक किहड़ा? जिवें मातलोक है, देवलोक है, ब्रह्मलोक है, इंद्रलोक है, नागलोक है, बड़े लोक ने। हुण ते दार्शनिक लोक भी मनन लग पे ने कि जिहो जी सभ्यता धरती साडी ते है ना, इस तो कई गुणा बेहतरीन दुनियावां होर हो सकदियां ने। हुण ते यूनिवर्सिटियां च इन्हां दी गल्लां होण लग पईयां ने। अभ्यासी जिहड़े उन्हां दे दर्शन दे विद्यार्थी ने वो इस ते चर्चा करन लग पए ने कि सारे ब्रह्मांडी स्पेस विच जरूरी नहीं कि केवल असीं एक छत राज करदे हां, साडे तो बेहतरीन दुनिया होर हो सकदी है, और साडे तो बेहतरीन उन्हां दी तकनीक हो सकती है, और शायद साडा ते उन्हां दा आपसी कोई संबंध भी होवे ते तरखना उसे नूं अध्यात्मी परलोक कहिंदे ने। असीं कहना सां वेखिया नहीं, पर साडे चों किन्नियां किन्ने मंगल ग्रह वेख लिया,
ਕਿੰਨਿਆਂ ਕੁ ਨੇ ਚੰਦ ਵੇਖ ਲਿਆ ਹੈ। ਅਤੇ ਪ੍ਰਲੋਕ ਵੇਖਣ ਦੀ ਅਸੀਂ ਗੱਲਾਂ ਕਰਦੇ ਹਾਂ, ਪ੍ਰਲੋਕ ਹੈ, ਪਰ ਇੱਦਾਂ ਤੁਰਿਆ ਫਿਰਦਾ ਨਜ਼ਰ ਪ੍ਰਲੋਕ ਜਾਣ ਵਾਸਤੇ ਕੁਝ ਕਰਨਾ ਪੈਂਦਾ, ਆਲੋਕ ਛੱਡਣਾ ਪੈਂਦਾ ਹੈ। ਮਹਾਰਾਜ ਕਹਿੰਦੇ ਤਿੱਥੇ ਭਗਤ ਵਸਹਿ ਕੇ ਲੋ, ਉਹ ਭਗਤ ਕਰਦੇ ਕੀ ਨੇ? ਕਰਹਿ ਆਨੰਦ, ਉੱਥੇ ਕਰਦੇ ਨੇ ਆਨੰਦ, ਮੰਨਦੇ ਨੇ ਉੱਥੇ ਆਨੰਦ। ਜੇ ਤੇਰੇ ਵਿੱਚ ਤਾਬ ਹੈ ਤਾਂ ਸੁਣ ਉਸ ਆਨੰਦ ਨੂੰ, ਆਨੰਦ ਸੁਣੋ। ਉਹ ਉੱਥੇ ਆਨੰਦ ਬੈਠੇ ਨੇ, ਆਨੰਦ ਨਾਲ। ਜੇ ਤੇਰੇ ਕੰਨਾਂ 'ਚ ਤਾਬ ਹੈ, ਟਿਕ ਇੱਥੇ ਬਹਿ, ਪਹੁੰਚਾ ਸੁਰਤ ਆਪਣੇ ਪ੍ਰਭੂ ਦੇ ਚਰਨਾਂ 'ਚ, ਸੁਣ ਉਸ ਆਨੰਦ ਨੂੰ। ਤਾਂ ਉੱਥੇ ਤੇ ਵੱਜਦੇ ਹੀ ਵਾਜੇ। ਜਿਨ੍ਹਾਂ ਨੇ ਪੁਰਾਣੇ ਬਜ਼ੁਰਗਾਂ ਨੂੰ ਕਿਤੇ ਪੜ੍ਹਿਆ ਹੈ, ਉਹ ਫਿਰ ਕਦੇ ਕਦੇ ਦਰਸ਼ਨ ਕਰਾਉਂਦੇ ਨਾ। ਇੱਕ ਬੇਨਤੀ ਕਰ ਹੀ ਦਿਆਂ, ਜੇ ਕਦੇ ਸਮਾਂ ਆਦੇ, ਜਿਵੇਂ ਹੁਣ ਆਉਣ ਵਾਲੇ ਸਮੇਂ 'ਚ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਪੁਰਬ ਨੇ, ਆ 1 ਤਾਰੀਖ ਨੂੰ ਉਹਨਾਂ ਦਾ ਜੋਤੀ ਜੋਤ ਪੁਰਬ ਆਪਾਂ ਮਨਾਉਣਾ ਹੈ। ਫਿਰ ਆਉਣ ਵਾਲੇ ਸਮੇਂ 'ਚ ਪ੍ਰਕਾਸ਼ ਪੁਰਬ ਵੀ ਮਨਾਉਣਾ ਹੈ। ਕਦੇ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ ਦੇ ਗੁਰੂ ਨਾਨਕ ਚਮਤਕਾਰ ਦੇ ਪਹਿਲੇ 2 ਅਧਿਆਇ ਪੜ੍ਹ ਲੈਣਾ, ਬਹੁਤਾ ਕੁਝ ਨਹੀਂ, ਬਹੁਤ ਕੁਝ ਮਿਲੇਗਾ, ਪਤਾ ਲੱਗ ਜਾਏਗਾ ਵੀ ਹੁੰਦਾ ਕੀ ਹੈ, ਅਸੀਂ ਕਿੱਥੇ ਵਸਦੇ ਹਾਂ ਅਤੇ ਉਹ ਦੁਨੀਆ ਕੀ ਵਸਦੀ ਹੈ। ਆਹ ਦੁਨੀਆ ਅਸੀਂ ਤਾਂ ਅਮਰੀਕਾ ਕੈਨੇਡਾ ਹੀ ਲੱਭਦੇ ਰਹਿ ਗਏ, ਸਾਨੂੰ ਤੇ ਤੋਂ ਬਿਨਾਂ ਸੁਰਤ ਹੀ ਨਹੀਂ ਆ ਰਹੀ। ਕਦੇ ਗੁਰੂ ਵਾਲੇ ਪਾਸੇ ਜਾ ਕੇ ਦੇਖੀ, ਉੱਥੇ ਵੀ ਕੁਛ ਹੈਗਾ। ਦਰ ਵੱਜ ਹੈ, ਉਸ ਦਰ 'ਤੇ ਵੱਜਦੇ ਨੇ। ਕੀ ਵੱਜਦਾ ਹੈ? ਬਹੁਤ ਵਾਜੇ ਵੱਜਦੇ ਨੇ, ਅਨਹਤ ਵਾਜੇ, ਔਰ ਨਿਰੰਤਰ ਬਿਨਾਂ ਵਜਾਇਆ ਵਾਜੇ ਵੱਜਦੇ ਨੇ। ਬਹੁਤ ਸਮਾਂ ਪਹਿਲਾਂ ਸ਼੍ਰੀ ਸਾਰਾ ਵਡੇਰੇ ਬੈਠੇ, ਉਹਨੂੰ ਪਤਾ ਹੋਵੇਗਾ, ਸ਼ਾਇਦ ਚੇਤਾ ਹੋਵੇ ਉਹਨਾਂ ਨੂੰ। ਦਰਬਾਰ ਸਾਹਿਬ ਸਵੇਰੇ ਸਵੇਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਅਤੇ ਦਰਬਾਰ ਸਾਹਿਬ ਜੀ ਦੇ ਜੋ ਦਰਸ਼ਨ, ਜਿਹੜੇ ਦਰਮਿਆਨ ਵਿਹੜਾ ਹੈ, ਅੰਮ੍ਰਿਤ ਵੇਲੇ ਇੱਥੇ ਰੋਜ਼ਾਨਾ ਨੌਬਤ ਵੱਜਦੀ ਹੁੰਦੀ ਸੀ। ਅਸੀਂ ਵਡੇਰਿਆਂ ਤੋਂ ਸੁਣਿਆ ਇੱਥੇ ਨੌਬਤ ਵੱਜਦੀ ਸੀ। ਨੌਬਤ ਪਤਾ ਕੀ ਹੈ? ਅੱਜ ਨਹੀਂ ਕਿ ਛੋਟਾ ਬੈਂਡ ਆਪਾਂ ਜਿਹਨੂੰ ਕਹਿੰਦੇ ਨਾ, ਜਿਹ 'ਚ ਗਲ 'ਚ ਪਾ ਕੇ ਛੋਟਾ ਜਿਹਾ ਢੋਲ ਅਤੇ ਇੱਕ ਛੋਟਾ ਜਿਹਾ ਬੈਂਡ ਦਾ, ਜਿਹ 'ਚ ਬੰਸਰੀ ਵੀ, ਬੰਸਰੀ ਨਹੀਂ ਹੁੰਦੀ, ਉਹ ਸ਼ਹਿਨਾਈ ਹੁੰਦੀ ਹੈ ਅਤੇ ਛੋਟੇ ਛੋਟੇ ਵਾਜੇ ਹੁੰਦੇ। ਬਹੁਤ ਵੱਡੇ ਸ਼ੋਰ ਸ਼ਰਾਬੇ ਵਾਲੇ ਬੈਂਡ ਨਹੀਂ, ਹਲਕਾ ਮਿੱਠੀ ਸੁਰਾਂ ਵਾਲਾ। ਕਦੇ ਕਦੇ ਵੇਖਿਆ ਹੋਣਾ, ਇੱਧਰ ਤਾਂ ਪਤਾ ਰਿਵਾਜ਼ ਮੈਂ ਅਜੇ ਦੇਖਿਆ ਨਹੀਂ, ਅਸੀਂ ਪੂਰਬ ਵਾਲੇ ਪਾਸੇ ਵੇਖਿਆ। ਖਾਸ ਕਰਕੇ ਬਹੁਤ ਵੱਡੇ ਠਾਕੁਰ ਲੋਕਾਂ ਦੇ ਜਿਹੜੇ ਵਿਆਹ ਹੁੰਦੇ ਨਾ, ਉਹਨਾਂ ਦੇ ਦਰਵਾਜ਼ਿਆਂ 'ਤੇ ਜਦੋਂ ਬਰਾਤ ਆਉਣੀ ਜਾਣੀ ਹੁੰਦੀ ਆ, ਉਹਨਾਂ ਦਰਵਾਜ਼ੇ 'ਤੇ ਸ਼ਹਿਨਾਈ 'ਤੇ ਨੌਬਤ ਵਜਾਉਣ ਦੇ ਬੰਦੇ ਬਿਠਾਏ ਹੁੰਦੇ। ਬਸ ਲੋਕ ਆ ਰਹੇ ਨੇ, ਮਹਿਮਾਨ ਜਾ ਰਹੇ ਨੇ, ਕੋਈ ਮਤਲਬ ਨਹੀਂ। ਉਹ ਬੰਦੇ ਬਸ ਆਰਾਮ ਨਾਲ ਸਾਈਡ 'ਤੇ ਬੈਠੇ ਨੇ, ਮੰਚ ਬਣਿਆ ਉਹਨਾਂ ਲਈ, ਉਹ ਬੈਠੇ ਆਪਣੀ ਨੌਬਤ ਵਜਾ ਰਹੇ ਨੇ, ਹਲਕਾ ਹਲਕਾ ਸੰਗੀਤ ਵਜਾਉਂਦੇ ਨੇ। ਦਰਬਾਰ ਸਾਹਿਬ ਵੱਜਦਾ ਰਿਹਾ। ਠੀਕ ਹੈ, ਸਮੇਂ ਦੀ ਧਾਰਾ ਵਿੱਚ ਸਾਡੇ ਵਕਤ ਦੇ ਸਿਆਣੇ ਲੋਕਾਂ ਨੂੰ ਬੰਦ ਕੀਤਾ, ਪਰ ਇੱਕ ਚੀਜ਼ ਨਹੀਂ ਬੰਦ ਕਰ ਪਾਏ। ਅੱਜ ਵੀ ਨਰਸਿੰਘਾ ਵੱਜਦਾ ਹੈ ਨਾ, ਜਦੋਂ ਉਹਦੀ ਆ ਗੂੰਜ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨੀਆਂ ਦੇ ਕੰਨਾਂ 'ਚ ਪੈਂਦੀ ਹੈ ਅਤੇ ਕੀਰਤਨ ਰੋਕ ਦਿੰਦੇ ਨੇ। ਅੱਜ ਵੀ ਇਹੀ ਹੈ ਨਾ, ਜਦੋਂ ਗੂੰਜਦੀ ਪਤਾ ਲੱਗ ਪਈ ਹਾਂ ਦਰਵਾਜ਼ੇ 'ਤੇ ਆ, ਅਸੀਂ ਸੋਚਦੇ ਵੀ ਸ਼ਾਇਦ ਸਾਇਰੇ ਨਹੀਂ ਉਹਨਾਂ ਦੇ ਆਉਣ ਦਾ, ਉਹ ਭਾਈ ਤੇ ਅੱਜ ਕੋਈ ਆਵਾਜ਼ ਦੇ ਕੇ ਕਹਿ ਸਕਦਾ ਭਾਈ ਚੁੱਪ ਕਰੋ, ਨਹੀਂ। ਇੱਕ ਸਿਸਟਮ ਹੈ, ਇੱਕ ਵਾਜਾ ਹੈ ਜੋ ਕੁਦਰਤ ਦਾ ਵਾਜਾ ਹੈ, ਵੱਜਦਾ। ਜਦੋਂ ਉਹ ਕੰਨਾਂ 'ਚ ਤੁਹਾਡੇ ਗੂੰਜ ਪੈ ਜਾਏਗੀ, ਤੁਹਾਡੇ ਬੋਲ ਬੰਦ ਹੋ ਜਾਣਗੇ। ਉਹ ਗੂੰਜ ਆਉਂਦੀ ਅਤੇ ਕੀਰਤਨੀਏ ਵੀ ਆਸਾ ਕੀ ਵਾਰ ਦਾ ਕੀਰਤਨ ਰੋਕ ਲੈਂਦੇ ਨੇ, ਉੱਠ ਕੇ ਖੜੇ ਹੋ ਕੇ ਪਾਸੇ ਹੋ ਜਾਂਦੇ ਨੇ। ਜਦੋਂ ਕਿਸੇ ਅਭਿਆਸੀ ਨੂੰ ਜਰਾ ਕੁ ਉਹ ਅਨਹਦ ਦੀ ਸੁਧ ਆ ਜਾਏਗੀ, ਆ ਦੁਨੀਆ ਦੇ ਬੋਲ ਹੀ ਬੰਦ ਹੋ ਜਾਣਗੇ, ਬੋਲ ਹੀ ਨਹੀਂ ਪਾਏਗਾ। ਸੁਣੇਗਾ ਕਿ ਬੋਲੇਗਾ? ਕੀ ਆਪਾਂ 2 ਕੰਮ ਇਕੱਠੇ ਕਰ ਪਾਏ ਕਦੇ? ਬੋਲਣਾ ਅਤੇ ਸੁਣਨਾ ਆਪਾਂ 2 ਕੰਮ ਇਕੱਠੇ ਨਹੀਂ ਕਰ ਪਾਉਂਦੇ। ਕਹਿੰਦੇ ਬਲਕਿ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਕੋਈ ਸੁਣਨਾ ਹੈ। ਪਰ ਸਾਡੀ ਕਮਜ਼ੋਰੀ ਕੀ ਹੈ, ਮਜਬੂਰੀ ਕੀ ਹੈ, ਸਾਡੀ ਹਾਲਾਤ ਕੀ, ਅਸੀਂ ਤਾਂ ਸੁਣਦੇ ਹੀ, ਸੁਣਨਾ ਸਾਡੇ 'ਚ ਨਿਕਲ ਚੁੱਕਾ। ਘਰ ਪਰਿਵਾਰ 'ਚ ਨਹੀਂ ਅਸੀਂ ਇੱਕ ਦੂਜੇ ਦੀ ਸੁਣਦੇ, ਬਸ ਸੁਣਾਉਂਦੇ ਹਾਂ। ਬਹੁਤ ਸਾਰੇ ਜੀ ਇੱਕ ਦੂਜੇ ਨੂੰ ਮਿਲਦੇ ਹਾਂ, ਉਹ ਆ ਕੇ ਬਸ ਦੱਸਣਾ ਚਾਹੁੰਦੇ ਨੇ ਕਿ ਭਾਈ ਜੀ ਮੈਨੂੰ ਇੰਨਾ ਪਤਾ ਹੈ। ਠੀਕ ਹੈ ਭਾਈ, ਚੰਗੀ ਗੱਲ ਹੈ। ਆ ਭਾਈ ਸਾਹਿਬ ਕਹਿੰਦੇ ਸੀ, ਬੜੇ ਬੜੇ ਅਭਿਆਸ ਲੋਕ ਸੁਣਾ ਕੇ ਚਲੇ ਜਾਂਦੇ ਹੁੰਦੇ ਸੀ, ਜੋ ਕਈ ਵਾਰੀ ਭਾਈ ਸਾਹਿਬ ਹੱਸਣਾ ਵੀ ਮੇਰੇ ਕੋਲ ਆਏ ਕੀ ਲੈਣ ਨੇ, ਸੁਣਾਉਣ ਹੀ ਆਏ, ਉਹਨਾਂ ਦੇ ਘਰ ਕਿਸੇ ਨੂੰ ਸੁਣਾ ਲਓ। ਦਰਅਸਲ ਜਦੋਂ ਕੋਈ ਨਹੀਂ ਸੁਣਦਾ ਤਾਂ ਫਿਰ ਆ ਕੇ ਸਾਨੂੰ ਸੁਣਾ ਦਿਓ। ਪਰ ਸੁਣੋ ਤੇ ਕਦੇ ਬੈਠ ਕੇ ਨਾ, ਕਦੇ ਸੁਣੋ ਗੁਰੂ ਨੂੰ, ਕਦੇ ਸ਼ਬਦ ਨੂੰ ਸੁਣੋ। ਸ਼ਬਦ ਨੂੰ ਸੁਣਦਿਆਂ ਇਹ ਰਾਹ ਖੁੱਲ੍ਹੇਗਾ। ਕਿਉਂਕਿ ਸਭ ਅਸੀਂ ਵੀ ਕਹਿੰਦੇ ਹਾਂ ਬਾਣੀ ਧੁਰ ਕੀ ਹੈ। ਗੁਰੂ ਨਾਨਕ ਪਾਤਸ਼ਾਹ ਸਾਹਿਬ ਸੁਣਦੇ ਨੇ,
तो फिर कदे कदे की कहते हैं, भाई चुप करो। पुरानी साखी में जिस ढंग नाल असीं समझ सकीए, आले दुआले 10 भी जी बैठे ने, कोई परिवारक कोई संसार किसी मसले ते गलबात हो रही है, लोग अपनी अपनी गल्लां करते हैं, लेकिन उस वक्त गल्लां निंदा चुगली वाली नहीं होंदियां, गल्लां अध्यात्मिक ज्ञान दी हो रही होंदियां ने। तो जो ज्ञान हौली 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 आ सत संगत जिन्होंने आप कह देने ना, 5वें पड़ाव ते पहुँचती है, फिर गुरु नानक कहते हुण तुसीं चुप कर जाओ, भाई चुप करो। मरदाना जी कोल बैठे, मरदानिया हुण तू सारे चुप करो, तो मरदानिया तू रबाब छेड़, तरंग वजा। तो जे किसी पूछना उपर ने, बाबा की कहना, भाई बाणी आई है, मैनू सुनाई देन लग पई है, मैं जैसी में आवे खसम की बाणी तैसा करी ज्ञान, वे ला लो हुण तुसी सुनो, ला लो सुन। कदे कहा भी सुना नहीं, सुन, पर मैनू ना सुन, बाणी नूं सुन। मरदाने रबाब छेड़, बाणी आई है, मरदाना रबाब छेड़ते ने, तो जगत गुरु नानक साहब के पावन रसना तो फिर जिवें आ स्पीकर आवाज़ गूंजती ना, इवें गुरु नानक जी के पावन रसना तो फिर गूंजती आवाज़। कहते हैं जो आवाज़ गूंजती गुरु नानक साहब जी की, तो फिर पक्षी परवाज भुल जाते सन। पहली बार भाई फिरंदा जी का भेंट किया होया मरदाना जी के जो रबाब पहली बार उदासियां की शुरुआत में वजाया, कहते उदों तो सुल्तानपुरे आले दुआले रुखां च भी रस चोण लग पिया सी, जदों वेई के किनारे बैठ के गुरु नानक पातशाह ने पहली बार जिन्हें चढ़िया सुधन धरत लुकाई का कीर्तन किया। पर असीं ते किथे, असीं ते पाठ भी करते हैं, तो मोबाइल पहला सुनना होंदा है, असीं पाठ नहीं सुनते, कीर्तन करते होने, पाठ करते होने, साडा फोकस तो किते होर होंदा है। गुरु किरपा करन 2 मिनट 4 मिनट टाइम होंदा है। सुनिया कर दर वाजे अनहत वाजे राम, महाराज सानू किथे सुनाई देवेगा, वो दर ते पता नहीं किथे आ। महाराज कहने तेन उत्थे उड़ के तुर के जाने की जरूरत नहीं है, वो स्पीकर तेरे अंदर लगा हुआ है। जिवें अजकल है ना, तुसीं वायरलैस ब्लूटूथ ना जिथे मर्जी स्पीकर रख लो, वजन लग पैंदा। आ बच्चे घर च करते ना, मोबाइल उन्हें किते रखिया हुंदा, गाने उन्होंने किते वज रहे होंदे आ। ये तकनीक कित्थों आई है? जिन्नियां भी तकनीकां विग्यान दियां ने ना, कुदरत की कला च हैगियां ने। वाजे उत्थे वजदे ने ते गाउंदा भगत धरती ते बैठा है। शब्द ब्रह्मंडी दर ते गूंजदे ते गाउंदे भगत धरती ते बैठे ने। उन्हां भगतां दे उन्हां बोलां नूं ही सतगुर ने सानू लिख लिख के दिता है। बाकी बोलां नहीं, ਜਿਹੜੇ सुर तो जदों जुड़े सन आपस विच ते जो बोल आए वो कित्थे वजदे ने। कहण लगे तेरे अंदर वजदा, सुणते सही। घट घट हर हिरदे दे विच दर वाजै अनहत वाजे राम, घट घट हर गोबिंद गाजे राम। गाजे का मतलब था गर्जना पै रही होती था। कदे टिक के सुन के तो देखिए साढ़े हर हिरदे दे विच ओहदी गूंज पै रही है। पर इसे करके वैसे कहते ने अंतर्मुखी हो जाया करो भाई, कुछ पाली सही अभ्यास कराया करो अंतर्मुखी होने का। अपने ध्यान नूं बाहर तो तोड़ के अंतर्मुखी हो जाओ। समाधि ते संन्यास का असल संकल्प ये सी, पर लोग तो समाधि विच भी घरों बाहर भज गए, बल्कि समाधि विच भी शरीरों बाहर जाने की कोशिश कर रहे हैं। अज तो सन्यासी के घर बाहर छड्ड के भज गया। चाहिए ती से अपने नाल कोल बैठ जा, अपने कोल टिक जा। तो जदों अपने को टिकेगा, शरीर के अंदर तेरे बहुत कुछ करते निकला पाई है कि बैठ के देखना, सुनता जी, बोलता जी। घट घट हर गोबिंद गाजे राम। फिर कहते गोबिंद गाजे, गोबिंद जी गजदे ने। पता क्यों? गुर शब्द गोबिंद गजिया। जिथे भी गुर शब्द है उत्थे गोबिंद की गर्जना है, गोबिंद की धुन है। गर्जना कहते कि बहुत वड्डी गर्जना, जिसनों असीं किसी फ्रीकुएंसी सिस्टम के नाल नाप नहीं पा रहे। आ बदल गजदे ने, असीं सुनते हैं दूर तक, जिवें गोबिंद की गर्जना होती है। कित्थे वाल गजदे ने? कहण कि सदा बिराजे, तुहाडे अंदर बिराजित है। आ पिछले दिनों असीं देखिया ना,
बाहरला एक सिस्टम है संसार का, किसी देवी देवते की मूर्त नूं बाजार चों खरीददा है, फिर उन्होंने कहता फिर विराजमान करता है। असी लोगों को टिप्पणियां करते हैं, बाजार चों मूर्त खरीद के लैके आउंदा है, अपने घर सुंदर स्थान बना के उन्होंने विराजमान करता है। विराजमान करन तो बाद विच एक विधि विधान हुंदा है, फिर उस प्राण प्रतिष्ठा करता है, हुण ओहदा भगवान बन जाता है। उस तो पहला भगवान नहीं है, पहला मूर्त है। जदों उन्होंने उसनूं विराजमान कर लिया है, उस एक विधि विधान मुताबिक प्राण प्रतिष्ठा कर ली है, उनका भगवान है। बाजार विच दुकान ते रखे हुए भगवान नहीं है, दुकान ते रखी हुई भगवान की मूर्ति है। वो मूर्ति पत्थर की हो सकती है, मूर्ति सोने की हो सकती है, कोई फर्क नहीं पैंदा। पर जदों उन्होंने विराजमान करके प्राण प्रतिष्ठा विधि विधान पूरा कर लिए, हुण मूर्ति मिट्टी की है कि सोने की, फिर भी कोई फर्क नहीं पैंदा। अगला कहता जी मेरा तो भगवान है। ठीक इस तरह उन्हें विराजमान किया अपने घर में, असीं विराजमान करते हैं गुरु ग्रंथ साहिब जी ने। सिर लिया के कहते महाराज विराजमान ने, हुण शब्द साढ़े घर च वरते जाते हैं, भाई चुप करो, महाराज का प्रकाश होए, महाराज विराजमान विराजमान ने। इसका मतलब कोई आसन ऐसा है जिस आसन ते साढ़े तो कोई बहुत वड्डी हस्ती उत्थे बैठाई हुंदी है, वो बैठी हुंदी है। भाई साढ़े हिरदे विच भी विराजमान जे। महाराज कह रहे ने, मैं नहीं कहता, घट घट हर गोबिंद गाजे राम, गोबिंद गाजे सदा विराजे। वो गजदे भी जे ते सदा विराजमान भी जे। बड़े खुले शब्दां च असीं रोज़ पढ़ लैने आ, घट घट मैं हर जू बसै। विराजमान होना तो बसना एक ही चीज़ है ना, शब्दां दा हेर फेर है ना। हर हिरदे दे विच वो वसदे ने, हर हिरदे दे विच विराजमान ने, बस फर्क इतना ही है। थोड़ा बहुता कहण दा अंदाज ही फर्क है। हर हिरदे दे विच वो वसदे ने, हर हिरदे दे विच वो विराजमान ने। गोबिंद गाजे सदा विराजे, गोबिंद जी हर हिरदे दे विच विराजमान ने। तो जदों गोबिंद जी हर हिरदे विच विराजमान ने, इस करके गोबिंद जी के दर्शन परशन, गोबिंद जी नूं मिलण वास्ते किते बाहर जाण की जरूरत नहीं जे। अजे सानू कोई तर्क वाला पुछे इत्थे क्यों रोज़ आउंदे जे, असीं गोबिंद जी नूं मिलण वास्ते इत्थे नहीं जे आउंदे, इत्थे असीं बाणी सुणन वास्ते आउंदे आ, इत्थे गुरमुखां दी संगत करन लई आउंदे आ, इत्थे साडे तो श्रेष्ठ मनुख बैठदे ने, इत्थे गुरु का दरबार सजदा है, इत्थे असीं अपने तो वडेरियां की संगत करन आउंदे आ। भावें कोई साडे तो उम्र च छोटा है तो भावें वड्डा है, अगर वो दरबार च बैठा है और मेरे तो पहला आके बैठा है तो मेरे तो श्रेष्ठ है, मेरे तो वड्डा है। इसे भावना के तहत जदों बिहासियां प्रेमियों देखीदा ना, दरवाजे ते आउंदे ने ते जमीन की खाक चुक के मस्तक ते लगा रहे होंदे ने। असीं लख टीका टिप्पणी करते हैं, डस्ट है जी, ये है, होएगी डस्ट, हुंदी भी डस्ट ही है, पर गुरमुखां लई वो डस्ट नहीं हुंदी, गुरमुखां दी चरण धूड़ हुंदी है। असीं नूं चरण धूड़ करके मान, क्यों कि जेड़े से सच्चे पातशाह जीओ, आ जेड़े जी मेरे तो पहला तुहाडे दरबार आ चुके ने, इत्थे कीर्तन करन लई बैठे ने, कीर्तन सुणन लई बैठे ने, वो मेरे तो श्रेष्ठ ने। तो ऐसे गुरमुखां दी चरण धूड़ मैनूं भी दे, ताकि मैंने भी तेरे दरबार च पहला आके बैठ सकां। गुरसिखां की हर धूड़ दे, हम पापी भी गत पाए। कहने लगे गोबिंद जी हैगे ने, इत्थे असीं गोबिंद जी दे प्यारियां नूं मिलण आउंदे। जिवें वाचदे आ ना, गुरु नानक पातशाह साहब जी ने सीधा पुछिया सी, तुसीं बाहर क्यों आए जे? असीं ते रब दी तलाश लई ते रब नूं मिलण वास्ते घर बार छड्डे ने। ते गुरु नानक पातशाह ने कहा सी, मैं रब दी तलाश लई घर बार नहीं छड्डिया, मैं रब दी तलाश लई घरों बाहर नहीं आया। अज मैं पहाड़ ते विचरदियां, मैं रब दी तलाश लई पहाड़ां ते नहीं जे जा रहा। तो उन्होंने पुछया फिर क्यों फिरदे हो? कहने लगे मैं रब दे प्यारियां दी तलाश करदा पिया, रब दे प्यार च तुरे ते पर राह तो भटके हुए मनुखां दी तलाश करदा, ताकि उन्हें सीधे राह ते तोर सकां। आज बहुत सारे जोगी तुरे ते रब दी तलाश लई पर भटक गए सन। जदों बाद च असीं बाणी पढ़ते पढ़ते देखांगे, उन्हां दे संप्रदायिक नाम ने पिरथी चंद, गोपी चंद, परथरी। ये पुछते ने बाबा हुण की करिए? किते अगे जाके
ਗੋਪੀ ਚੰਦ ਦਾ ਸੰਵਾਦ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਨਾਲ ਹੈ, ਭਰਥਰੀ ਦੀ ਗੋਸ਼ਟੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੈ, ਇਹ ਗੋਰਖ ਦੀ ਗੋਸ਼ਟੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੋਈ ਹੈ। ਫਿਰ ਪੁੱਛਦੇ ਨੇ ਹੁਣ ਕੀ ਕਰੀ, ਕੀ ਹੁਣ ਅਸੀਂ ਵਾਪਸ ਪਿੰਡਾਂ 'ਚ ਆ ਜਾਈਏ? ਗੁਰੂ ਨਾਨਕ ਕਹਿਣ ਲੱਗੇ ਨਹੀਂ, ਤੁਸੀਂ ਇਤਨਾ ਦੂਰ ਜਾ ਚੁੱਕੇ ਹੋ ਕਿ ਤੁਸੀਂ ਵਾਪਸ ਨਹੀਂ ਆ ਸਕਦੇ, ਕਿਉਂਕਿ ਹਰ ਮਾਰਗ ਦੀਆਂ ਕੋਈ ਪਾਬੰਦੀਆਂ, ਮਜਬੂਰੀਆਂ ਅਤੇ ਨਿਯਮ ਹੁੰਦੇ ਨੇ। ਤਾਂ ਜਦੋਂ ਅਸੀਂ ਕੋਈ ਰਸਤਾ ਅਪਣਾ ਲੈਂਦੇ ਹਾਂ, ਭਾਵੇਂ ਸੜਕ ਖਰਾਬ ਵੀ ਹੋਵੇ, ਪਰ ਵਾਪਸ ਆਉਣਾ ਕੋਈ ਹੁਣ ਸਿਆਣਪ ਨਹੀਂ ਹੁੰਦੀ, ਕਿਉਂਕਿ ਜਿਤਨਾ ਸਮਾਂ ਜਾਣ 'ਚ ਲੱਗਾ ਜੇ ਉਤਨਾ ਹੀ ਸਮਾਂ ਵਾਪਸ ਆਉਣ 'ਚ ਲੱਗ ਜਾਏਗਾ, ਅਤੇ ਉਤਨਾ ਹੀ ਸਮਾਂ ਜੇ ਹੋਰ ਤੁਰ ਪਾਓਗੇ ਤਾਂ ਅਗਲੇ ਮੰਜ਼ਿਲ 'ਤੇ ਪਹੁੰਚ ਜਾਓਗੇ। ਮਹਾਰਾਜ ਨੇ ਕਿਹਾ ਨਹੀਂ, ਹੁਣ ਇਹਦੇ ਵਿੱਚ ਹੀ ਜੇ ਰਹਿ ਕੇ ਭਲਾ ਕਰ ਸਕੋ, ਅਹੰਕਾਰ ਤਿਆਗ ਸਕੋ, ਆਪਣੇ ਵਿਦਿਆ ਦਾ ਮਾਣ ਤਿਆਗ ਸਕੋ, ਜੋ ਤੁਹਾਨੂੰ ਪ੍ਰਾਪਤੀਆਂ ਹੋਈਆਂ ਨੇ ਉਹਨਾਂ ਦੇ ਨਾਲ ਵਡੇਰਿਆਂ ਦੀ ਸੰਗਤ ਕਰਕੇ ਜੋ ਖਟਿਆ ਜੇ ਕਿਸੇ ਦਾ ਪਰਉਪਕਾਰ ਲਈ ਕੁਛ ਕਰ ਸਕੋ ਅਤੇ ਤੁਹਾਡਾ ਵੀ ਕਲਿਆਣ। ਤੁਸੀਂ ਪਾਰੰਗਤ ਤੋਂ ਤੁਸੀਂ ਹੈ ਜੇ, ਇਸੇ ਕਰਕੇ ਮਾਣ ਦੇ ਨਾਲ ਇਸ ਵਕਤ ਫਿਰ ਗੁਰੂ ਨਾਨਕ ਕਹਿਣ ਲੱਗੇ ਹੁਣ ਮੈਂ ਤੁਹਾਨੂੰ ਬੁਰਾ ਨਹੀਂ ਕਹਿੰਦਾ, ਤੁਸੀਂ ਚੋਰ ਠੱਗ ਨਹੀਂ ਜੇ, ਸੱਚ ਕਹਾਂ ਤੁਮ ਪਾਰ ਗਰਾਮੀ, ਤੁਸੀਂ ਕੋਈ ਚੋਰ ਠੱਗ ਲੁਟੇਰੇ ਨਹੀਂ ਜੇ। ਇਹ ਠੀਕ ਹੈ ਕਿ ਤੁਸੀਂ ਰਾਹ ਦੂਸਰਾ ਚੁਣ ਲਿਆ, ਰਾਹ ਉਹ ਚੁਣ ਲਿਆ ਜੋ ਲਮੇਰਾ ਸੀ, ਅਤੇ ਰਾਹ ਉਹ ਚੁਣ ਲਿਆ ਜੋ ਸੰਸਾਰ ਦੀ ਸੇਵਾ ਭਜਨ ਪਿਆਰ ਵਾਲਾ ਨਹੀਂ ਸੀ, ਪਰ ਤੁਸੀਂ ਮਿਹਨਤਾਂ ਮਸ਼ੱਕਤਾਂ ਕਰਕੇ ਫਿਰ ਵੀ ਕਿਸੇ ਟਿਕਾਣੇ 'ਤੇ ਪਹੁੰਚ ਸਕਦੇ। ਸੱਚ ਕਹਾਂ ਤੁਮ ਪਾਰ ਗਰਾਮੀ, ਤੁਸੀਂ ਪਾਰ ਪਹੁੰਚ ਚੁੱਕੇ ਹੋ, ਇਸ ਕਰਕੇ ਤੁਰੇ ਜਾਓ, ਇਸੇ ਰਾਹ 'ਤੇ ਜਾਓ। ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਦਾ ਮਾਰਗ ਨਹੀਂ ਬਦਲਿਆ। ਜੇ ਅਗਰ ਉਹ ਸੰਨਿਆਸੀ ਤਾਂ ਭਾਈ ਠੀਕ ਹੈ, ਕੋਈ ਗੱਲ ਨਹੀਂ, ਜੇ ਤੂੰ ਸੰਨਿਆਸ ਧਾਰਨ ਕਰ ਚੁੱਕਾ ਤਾਂ ਕਰੀ ਰੱਖ, ਜੇ ਤੂੰ ਬੈਰਾਗੀ ਹੈ ਤਾਂ ਕੋਈ ਗੱਲ ਨਹੀਂ, ਕਰੀ ਰੱਖ। ਜਦੋਂ ਪੁੱਛਿਆ ਕਿਸੇ ਨੇ ਬਾਬਾ ਮੈਂ ਕਿੱਦਾਂ ਕਰਾਂ, ਤੇ ਫਿਰ ਦੱਸਿਆ ਰੇ ਮਨ ਐਸੋ ਕਰ ਸੰਨਿਆਸ, ਇੱਦਾਂ ਕਰ ਲਾ। ਜੇ ਸਾਥੋਂ ਪੁੱਛਦਾ ਤਾਂ ਸਾਡਾ ਸੰਨਿਆਸ ਇੱਦਾਂ ਦਾ ਹੈ, ਸਾਡਾ ਬੈਰਾਗ ਇੱਦਾਂ ਦਾ ਹੈ, ਸਾਡਾ ਜੰਗਮੀ ਇੱਦਾਂ ਦਾ ਹੁੰਦਾ। ਗੁਰਬਾਣੀ ਸਾਰਾ ਜ਼ਿਕਰ ਸੁਖਮਨੀ ਸਾਹਿਬ ਦੇ ਵਿੱਚ ਵੀ ਹੈਗਾ, ਬਹੁਤ ਥਾਵਾਂ 'ਤੇ ਅਲੱਗ-ਅਲੱਗ ਅਸੀਂ ਪਾਠ ਕਰਦੇ ਹਾਂ। ਕਹਿਣ ਲੱਗੇ ਫਿਰ ਉੱਥੇ ਹੈ ਗੋਬਿੰਦ ਗਾਜੇ ਸਦਾ ਬਿਰਾਜੇ ਆਗਮ ਅਗੋਚਰ ਉੱਚਾ। ਚੇਤਾ ਰੱਖਿਓ, ਉਹ ਆਗਮ ਹੈ, ਅਗੋਚਰ ਹੈ। ਜਿਸ ਤਰ੍ਹਾਂ ਅਸੀਂ ਇੱਕ ਦੂਜੇ ਨੂੰ ਜਾ ਕੇ ਮਿਲ ਲੈਂਦੇ ਹਾਂ, ਵੱਡੇ ਛੋਟੇ ਭੈਣ ਭਰਾਵਾਂ ਨੂੰ ਜਾ ਕੇ ਮਿਲ ਲਈਦਾ, ਗੁਰਮੁਖਾਂ ਸੰਗੀਆਂ ਨੂੰ ਜਾ ਕੇ ਫਤਿਹ ਬੁਲਾ ਲਈਦੀ ਹੈ, ਛੂਹ ਲਈਦਾ ਹੈ। ਸਾਨੂੰ ਪਤਾ ਹੈ ਅਸੀਂ ਕਦਮਾਂ ਨਾਲ ਤੁਰ ਕੇ ਚਲੇ ਜਾਵਾਂਗੇ, ਕਿਸੇ ਕੋ ਹੋ ਸਕਦਾ ਭਾਈ ਅਸੀਂ ਕਿਸੇ ਵਾਹਨ 'ਤੇ ਕਿਸੇ ਕਾਰ ਮੋਟਰ 'ਤੇ ਜਾ ਕੇ ਪਹੁੰਚ ਕੇ ਮਿਲ ਲਵਾਂਗੇ, ਪਰ ਪ੍ਰਭੂ ਜੀ ਜਿੱਥੇ ਗੋਬਿੰਦ ਜੀ ਤੱਕ ਇਹਨਾਂ ਚੀਜ਼ਾਂ ਦੀ ਇੱਦਾਂ ਪਹੁੰਚ ਨਹੀਂ ਗੀ, ਉੱਥੇ ਇੰਦਰੀਅਗਤ ਸਰੀਰ ਦੇ ਨਾਲ ਪਹੁੰਚ ਨਹੀਂ ਹੋ ਸਕਦੀ। ਇੰਦਰੀਅਗਤ ਸਰੀਰ ਦਾ ਮਤਲਬ ਜੋ ਸਰੀਰ ਚੱਲ ਕੇ ਜਾਂਦਾ ਹੈ, ਬਲਕਿ ਅਸਾਂ ਤੇ ਉਲਟਾ ਜਾਣਾ ਹੈ, ਅਸਾਂ ਤੇ ਸਰੀਰ ਦੇ ਅੰਦਰ ਆਉਣਾ ਹੈ, ਉਲਟੀ ਨਜ਼ਰ ਪ੍ਰਗਾਸੀ ਕਰਨੀ ਹੈ। ਪਰ ਇੱਥੇ ਕਿ ਕੌਣ ਜਾਏਗਾ? ਉੱਥੇ ਕਹਿਣ ਲੱਗੇ ਪਰ ਉੱਥੇ ਸਰੀਰ ਨਹੀਂ, ਸਰੀਰ ਸਾਵਧਾਨ ਟਿਕਾ ਦਿਓ, ਇੱਥੇ ਬੈਠੇ ਹੋ ਨਾ, ਸਰੀਰ ਸਾਵਧਾਨ ਟਿਕਾ ਦਿਓ। 10 ਇੰਦਰੀਆਂ ਨੇ ਨਾ, 10 ਚੋਂ ਜਿਤਨੀਆਂ ਦਾ ਕੁਦਰਤੀ ਅਗਰ ਕੋਈ ਵਿਹਾਰ ਹੈ ਬਸ ਓਨਾ ਹੀ ਹੋਵੇ। ਸਾਡੀਆਂ 10 ਇੰਦਰੀਆਂ 'ਚੋਂ ਜਿਨ੍ਹਾਂ ਦੀ ਕੋਈ ਕੁਦਰਤੀ ਕਿਰਿਆਵਾਂ ਨੇ, ਜਿਵੇਂ ਸਵਾਸ ਲੈਣਾ ਕੁਦਰਤੀ ਕਿਰਿਆ ਹੈ, ਬਸ ਇੰਨਾ ਹੀ ਹੋਵੇ। ਤੂੰ ਆਪਣੇ ਮਨ ਦੇ ਨਾਲ ਕੋਈ ਕਿਰਿਆ ਨਹੀਂ ਕਰਨੀ। ਜਿਹੜੀਆਂ ਕਿਰਿਆਵਾਂ ਮਨ ਦੇ ਲੈਵਲ ਤੋਂ ਅੱਗੇ ਨੇ ਸਿਰਫ ਉਹਨਾਂ ਨੂੰ ਹੋਣ ਦੇ, ਬਾਕੀ ਤੂੰ ਆਪਣੀ ਇੰਦਰੀਆਂ ਨੂੰ ਬਿਲਕੁਲ ਸੁਚੇਤ ਅਤੇ ਨਿਸ਼ਚਿਤ, ਜਿਹਨੂੰ ਨਿਸ਼ਚਲ ਕਹਿੰਦੇ ਨੇ, ਸਿਥਿਲ ਕਹਿੰਦੇ ਨੇ। ਗੁਰਬਾਣੀ 'ਚ ਬੜਾ ਪਿਆਰਾ ਬਚਨ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀਏ। ਪੰਜਾਬੀ ਸ਼ਬਦ ਹੈ ਨਿਸਲ। ਇੰਦਰੀਆਂ ਨੇ ਸਰੀਰ ਨੂੰ ਢਿੱਲਾ ਕਰਕੇ ਬੈਠ ਜਾ। ਲੋਕ ਸਮਾਧੀ 'ਚ ਆਕੜ ਕੇ ਬੈਠਣੇ, ਬਿਲਕੁਲ ਢਿੱਲਾ ਜਾ, ਸਰੀਰ ਛੱਡ ਕੇ, ਪਕੜ ਛੱਡ ਕੇ ਬੈਠ, ਸ਼ਾਇਦ ਤੇਰੀ ਬਣਤਰ ਬਣ ਸਕੇ। ਉਹ ਬਹੁਤ ਉੱਚਾ ਹੈ, ਇੰਦਰੀਆਂ ਕਰਕੇ ਨਹੀਂ। ਉੱਥੇ ਪਹੁੰਚਣ ਵਾਸਤੇ ਭੈ ਕੇ ਚਰਨ ਕਰ ਭਾਉ ਕੇ ਲੋਇਣ ਸੁਰਤ ਕਰੇ। ਨਾਨਕ ਕਹੇ ਸਿਆਣੀ ਐ ਇਉਂ ਕੰਤ ਮਿਲਾਵਾ ਹੋਏ। ਗੁਣ ਬਿਆੰਤ ਕਿਛ ਕਹਿਣ ਨਾ ਜਾਈ, ਉਹਦੇ ਗੁਣ ਬਹੁਤ ਨੇ ਕੁਛ ਕਹਿ ਨਹੀਂ ਸਕਤੇ। ਕਹਿਣ ਲੱਗੇ ਕੋਈ ਨਾ ਸਕੇ ਪਹੁੰਚਾ। ਇੱਦਾਂ ਤੁਰ ਕੇ ਜਾ ਕੇ ਛੂਹਣ ਵਾਸਤੇ ਕੋਈ ਨਹੀਂ ਜੇ ਪਹੁੰਚਿਆ, ਬਸ ਸਮਾਇਆ ਜਾਂਦਾ ਹੈ, ਉਹਦੇ 'ਚ ਆਨੰਦ ਮਾਣਿਆ ਜਾਂਦਾ ਹੈ, ਉਸ ਆਨੰਦ ਨੂੰ ਸੁਣਿਆ ਜਾਂਦਾ ਹੈ। ਆਪ ਉਪਾਏ ਆਪ ਪ੍ਰਤਪਾਲੇ, ਉਹਨੇ ਆਪ ਹੀ ਸਾਨੂੰ ਪੈਦਾ ਕੀਤਾ ਹੈ, ਆਪ ਹੀ ਪ੍ਰਤਪਾਲਣਾ ਕਰਦੇ ਨੇ। ਜੀ ਜੰਤ ਸਭ ਸਾਜੇ, ਆ ਜਿਤਨੇ ਜੀ ਜੰਤ ਪ੍ਰਣਾਲੀਆਂ ਨੇ ਸਾਰੀਆਂ ਰਚਨਾ ਕਰਤੇ ਦੀ ਰਚਨਾ ਨੇ, ਉਹਨੇ ਆਪ ਸਾਜੀਆਂ ਨੇ,
आपे पैदा कीतियां ने, आपे सब नूं पाल रिहा ते बेनती करदे सानूं हुक्मी रूप च कहिंदे ने। बिनवंत नानक आप शब्द बेनती भाव ने, पर चेतन साडे लई हुक्म ही हुंदे ने। सुख नाम भगती, सुख कित्थे है? नाम दे विच, भगती दे विच। जे सुख प्राप्त करना है तो नाम दे आश्रित भगती करिए। तो की ध्यान की करिए? दर वजह है अनहद वाजे, उस दर ते सदा ही शब्द के वाजे वजदे ने। गुरु कृपा करन उन्हां शब्दां दा ही स्वरूप है जो कीर्तन सानू गुरु नानक पातशाह ने दसे करके दर दी भगती गुरु नानक ने कीर्तन भगती रुत्या यतन करिए अपना ध्यान शब्द लगा सकी। भुल चुक दी खिमा आसीस ते प्यार देंदे फतेह बुलावना। वाहिगुरू जी का खालसा वाहिगुरू जी की फतेह।